ਹਾਜ਼ਰੀ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਤੇ ਇਸ ਵੇਲੇ ਆਪ ਜੀ ਦੇ ਨਾਲ ਗੱਲਾਂ ਬਾਤਾਂ ਵੀ ਕਰ ਲਈਆਂ ਤੇ ਕੋਸ਼ਿਸ਼ ਇਹ ਕਰੀਦੀ ਆ ਕਿ ਜਿਹੜੇ ਵਿਚਾਰ ਇੱਧਰੋਂ ਉੱਧਰੋਂ ਲੀਡਰ ਸਾਹਿਬਾਨ ਸਾਡੇ ਸਾਨੂੰ ਦੱਸਣ, ਉਹਨਾਂ ਦਾ ਐਨਾਲਿਸਿਸ ਕਰਕੇ ਵੇਖੀਏ ਵੀ ਭਾਈ ਸਾਹਿਬ ਕਿੱਥੋਂ ਕਿਉਂ ਬੋਲਦੇ ਨੇ। ਜਿੱਦਾਂ ਉਹਨੇ ਕਹਿੰਦੇ ਵੀ ਪੰਜਾਬੀ ਤੂੰ ਬੜਾ ਵੱਖੀਓਂ ਬੋਲਦਾ, ਤੇ ਇਸ ਵਕਤ ਖੱਬੀ ਵੱਖੀ ਵਾਲੇ ਪਾਸੇ ਮੇਰੇ ਵੀਰ ਪਰਮਵੀਰ ਬਾਠ ਹੋਣੀ, ਇਹਨਾਂ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ, ਬਹੁਤ ਮਿਹਰਬਾਨੀ। ਅਸੀਂ ਕਿੱਥੋਂ ਵੱਖੀਓਂ ਬੋਲਣਾ? ਨਹੀਂ, ਮੈਂ ਤਾਂ ਗੱਲ ਕੀਤੀ ਵੀ ਜਸਟ ਹੁਣ ਜਿੱਦਾਂ ਮਤਲਬ ਸਿਆਸਤ ਆ, ਸਿਆਸਤ ਦੇ ਵਿੱਚ ਹੁਣ ਹਰੇਕ ਲੀਡਰ ਨੂੰ ਇਹ ਲੱਗਦਾ ਵੀ ਯਾਰ ਕੁਛ ਨਾ ਕੁਛ ਵੱਖੀ ਚੋਂ ਕੱਢ ਕੇ ਮੈਂ ਗੱਲ ਕਰਾਂ ਫਿਰ ਮੇਰੀ ਸੁਣੀ ਜਾਣੀ। ਨਹੀਂ, ਐਤਕੀ ਉਹ ਵੱਖੀਓਂ ਕੱਢ ਕੇ ਗੱਲ ਤਾਂ ਕਰਦੇ ਆ, ਪਰ ਲੋਕਾਂ ਦੇ ਐਤਕੀ ਵੱਖੀ ਜਿਹੀ ਲੱਗਦੀ ਆ। ਅੱਛਾ, ਹਾਂ, ਲੋਕ ਕਹਿੰਦੇ ਅਸੀਂ ਵੱਖੀਆਂ 'ਚ ਰੱਖਣੀਆਂ, ਐਤਕੀ ਕੰਮ ਉਲਟਾ ਵੀ ਹੋਇਆ ਪਿਆ। ਇਹ ਗੱਲ ਨਹੀਂ, ਆਪਾਂ ਕਿਸੇ ਨੂੰ ਸਲਾਹ ਨਹੀਂ, ਗੱਲਾਂ ਦੀ ਗੱਲ ਕਰਨਾ ਨਹੀਂ। ਹਾਂ, ਪਰ ਠੀਕ ਹੈ, ਪਰ ਲੋਕਾਂ ਨੂੰ ਹੁਣ ਸਮਝ ਆ ਗਈ ਆ ਕਿ ਭਾਈ ਵੱਖੀ 'ਚ ਰੱਖਣ ਦੇ ਨਾਲੋਂ ਗੱਲ ਆਪਣੀ ਵੱਖੀ 'ਚੋਂ ਕੱਢ ਕੇ ਮੁਰੇ ਰੱਖੋ। ਹਾਂ, ਪਹਿਲਾਂ ਸੀਗਾ ਕਿ ਬਹੁਤ ਮੋਟਾ ਜਿਹਾ ਸੌਦਾ, ਕੋਈ ਲੜਨ ਦੀ ਝਗੜਨ ਦੀ ਮਾੜਾ ਬੋਲਣ ਦੀ ਲੋੜ ਹੀ ਨਹੀਂ। ਅੱਗੇ ਕੀ ਸੀ ਕਿ ਪਿੰਡ ਦੇ ਵਿੱਚ ਕਿਤੇ ਕੋਈ ਲੀਡਰ ਆਉਂਦਾ ਸੀ, ਇੱਕ ਦਰੀ ਹੁੰਦੀ ਸੀ ਤੇ ਮੂਹਰੇ 5 ਕੁਰਸੀਆਂ ਹੁੰਦੀਆਂ ਸੀ। ਉਹਨਾਂ 5 ਕੁਰਸੀਆਂ ਦੇ ਉੱਤੇ ਉਹ ਬੰਦੇ ਆਣ ਕੇ ਬਹਿੰਦੇ ਸੀ ਜਿਨ੍ਹਾਂ ਦੀ ਉਡੀਕ 40-50 ਬੰਦੇ ਪਿੰਡ ਦੇ ਪਹਿਲਾਂ ਦਰੀ ਤੇ ਬੈਠੇ ਕਰਦੇ ਸੀ। ਹੋਰ ਮੱਖਣ ਸਿਆਂ, ਹੋਰ ਰੱਖਾ ਰਾਮ ਜੀ, ਹੋਰ ਇਲਮਦੀਨ ਜੀ ਕਿੱਦਾਂ ਆਏ ਨਹੀਂ ਅਜੇ, ਉਧਰ ਨੂੰ ਦੇਖਣਾ, ਕਾਰ ਦੀ ਆਵਾਜ਼ ਆਉਂਦੀ ਹੈ, ਨਹੀਂ ਉਹ ਤਾਂ ਗਾਂਹ ਲੰਘ ਗਈ। ਫਿਰ ਉਹ ਕਾਰ ਦੇ ਵਿੱਚੋਂ 5-7 ਬੰਦੇ ਨਿਕਲਦੇ ਸੀ, ਉਹਨਾਂ ਨੂੰ 2-4 ਬੰਦੇ ਭੱਜ ਕੇ ਜਾ ਕੇ ਸਤਿ ਸ੍ਰੀ ਅਕਾਲ ਹਾਰ ਪਾਉਂਦੇ ਸੀ, ਕੁਰਸੀਆਂ ਤੇ ਲਿਆ ਕੇ ਬਿਠਾਉਂਦੇ ਸੀ। ਉਹ ਬੋਲਦੇ ਸੀ, ਭਾਸ਼ਣ ਦਿੰਦੇ ਸੀ, ਭਾਸ਼ਣ ਦੇ ਕੇ 2-4 ਬੰਦੇ ਨੂੰ ਆਪਣੀ ਪਾਰਟੀ ਸ਼ਾਮਲ ਕਰਕੇ ਚਲ ਜਾਂਦੇ ਸੀ। ਲੋਕ ਸਿਰਫ ਸੁਣਦੇ ਸੀ, ਉਹਨਾਂ ਦੇ ਆਉਣ ਤੋਂ ਪਹਿਲਾਂ ਗੱਲਾਂ ਕਰਦੇ ਸੀ, ਉਹਨਾਂ ਦੇ ਜਾਣ ਤੋਂ ਬਾਅਦ ਗੱਲਾਂ ਕਰਦੇ ਸੀ। ਪਰ ਐਤਕੀ ਇੱਦਾਂ ਨਹੀਂ, ਮਾੜਾ ਚੰਗਾ ਕਿਸੇ ਨੂੰ ਬੋਲਣਾ ਨਹੀਂ। ਹਾਂ, ਐਤਕੀ ਦਰੀ ਇੱਕੋ ਹੀ ਰੱਖਣੀ ਆ, ਕੁਰਸੀਆਂ ਨਹੀਂ ਰੱਖਣੀਆਂ, ਕਿਉਂਕਿ ਜੇ ਬਰਾਬਰ ਬੈਠਣਗੇ ਆਪ ਪਿੰਡ ਦੇ ਮਸਲੇ ਰੱਖਣੇ, ਹਲਕੇ ਦੇ ਸੂਬੇ ਦੇ ਮਸਲੇ ਰੱਖਣੇ, ਆਪਣੇ ਬੱਚਿਆਂ ਦੇ ਮਸਲੇ ਰੱਖਣੇ ਆ, ਰੁਜ਼ਗਾਰ, ਸਿੱਖਿਆ ਤੇ ਸਿਹਤ ਦੀ ਗੱਲ ਕਰਨੀ ਆ, ਤਾਂ ਉਹਨਾਂ ਨੂੰ ਮੌਕਾ ਦੇਣਾ ਕਿ ਬੋਲੋ। ਕਰਾਂਗੇ ਜਦੋਂ ਇਹ ਕਹਿਣਗੇ, ਫਿਰ ਇੱਕੋ ਹੀ ਸਵਾਲ ਪੁੱਛਣਾ ਕਿ ਕਿੱਦਾਂ ਕਰੋਗੇ, ਪੈਸੇ ਕਿੱਥੋਂ ਲਿਆਉਣੇ, ਮਰ ਜਾ ਸੋਰਸ ਸਾਧਨ ਦੱਸ ਦਿਓ। ਜਿਹੜੇ ਸੱਤਾ 'ਚ ਨੇ ਜਦੋਂ ਉਹ ਕਹਿਣਗੇ ਕਿ ਕਰਾਂਗੇ, ਉਹਨਾਂ ਨੂੰ ਪੁੱਛਣਾ ਕਿ ਭਾਈ 4.5 ਸਾਲ ਕੀਤਾ ਕੀ, ਤੇ ਨਾ ਬੱਖੀਓਂ ਬੋਲਣ ਦੀ ਲੋੜ ਹੈ, ਨਾ ਬੱਖੀਓਂ ਮਾਰਨ ਦੀ ਲੋੜ ਹੈ, ਨਾ ਕੁਰਸੀਆਂ ਵਾਲਿਆਂ ਨੂੰ ਪੈਸੇ ਦੇਣ ਦੀ ਲੋੜ ਹੈ। ਨਹੀਂ ਤਾਂ ਮੇਰੇ ਵਰਗੇ ਨਿਆਣੇ ਤੋਂ ਉਹ ਚਲੋ ਕੁਰਸੀਆਂ ਬਈ ਲੈ ਆ ਤੂੰ, ਪਹਿਲਾਂ ਤਾਂ ਮੁੜ ਕੇ ਛੱਡਿਆ ਵੀ, ਪਹਿਲਾਂ ਦਰੀ ਚੁੱਪ ਕਰਕੇ ਇਕੱਠੀ ਕੀਤੀ, ਉੱਤੇ ਸਾਰੇ ਬਿਠਾ ਲੈ। ਨਹੀਂ, ਗੱਲ ਤੁਹਾਡੀ ਠੀਕ ਹੈ, ਪਰ ਜੇ ਇਦਾਂ ਹੋ ਜੇ ਤਾਂ ਜੀ ਦੇਖੋ, ਨਾ ਤੇ ਜੇ ਹੱਥੋਂ ਦੀ ਤੇ ਨਾ ਆਉਣ ਦੇ ਸਾਰੀ ਆ। ਕਿਉਂਕਿ ਜਿੱਦਾਂ ਹੁਣ ਤੁਸੀਂ ਮੈਨੂੰ ਬੰਦੇ ਯਾਦ ਕਰਾਏ ਨਾ ਵੀ ਹਾਂ ਉਹ ਦਰੀ ਤੇ ਬੈਠੇ ਵਿਚਾਰੇ ਢੀਕਦੇ ਹੁੰਦੇ ਆ, ਤੇ ਫਿਰ ਉਸ ਤੋਂ ਬਾਅਦ ਲੀਡਰ ਸਾਹਿਬ ਆਉਂਦੇ ਆ, ਫਿਰ ਲੀਡਰ ਸਾਹਿਬ 5-4 ਬੰਦਿਆਂ ਦੇ ਗਲ 'ਚ ਪਰਨਾ ਸਾਫਾ ਪਾਉਂਦੇ ਆ, ਤੇ ਉਸ ਤੋਂ ਬਾਅਦ ਇੱਕ ਫੋਟੋ ਖਿੱਚੀ ਜਾਂਦੀ ਆ। ਫਿਰ ਫੋਟੋ ਕਿਸੇ ਨਾ ਕਿਸੇ ਨਜ਼ਦੀਕੀ ਜਿਹੜਾ ਪੱਤਰਕਾਰ ਭਾਈਚਾਰੇ 'ਚੋਂ ਆਪਣੇ 'ਚੋਂ ਹੁੰਦਾ, ਉਹ ਫਿਰ ਗਾਂ ਅਖਬਾਰ ਵਾਲਿਆਂ ਨੂੰ ਭੇਜ ਕੇ ਤੇ ਫਿਰ ਅਖਬਾਰ ਦੇ ਵਿੱਚ ਲਾਉਂਦਾ। ਫਿਰ ਤੋਂ ਥੱਲੇ ਸੁਰਖੀ ਪਤਾ ਕੀ ਬਣਦੀ ਹੈ, ਅੱਜ ਫਲਾਨੇ ਲੀਡਰ ਸਾਹਿਬ ਨੇ ਫਲਾਨੇ ਇਲਾਕੇ ਦੇ ਵਿੱਚ ਇੰਨੇ ਪਰਿਵਾਰਾਂ ਨੂੰ ਫਲਾਨੀ ਪਾਰਟੀ 'ਚ ਸ਼ਾਮਲ ਕਰਾਇਆ। ਹੁਣ ਉਹ ਜਿਹੜੇ ਪਰਿਵਾਰਾਂ ਦੀ ਫੋਟੋ ਲੱਗੀ ਹੁੰਦੀ ਮੋਸਟਲੀ, ਇਹ ਤਾਂ ਹੋ ਗਈ ਅਗਲੇ ਦਿਨ ਦੀ ਕਹਾਣੀ। ਉਸੇ ਦਿਨ ਸਮਾਗਮ ਵਾਲੇ ਦਿਨ ਕੀ ਹੋ ਰਿਹਾ ਹੁੰਦਾ ਉਹ ਕੋਈ ਨਹੀਂ ਦੱਸਦਾ। ਮੈਂ ਨਾ ਵੀ ਆਪਾਂ ਉਹ ਵੀ ਪਿਕਚਰ ਇੱਕ ਨਾ ਦੱਸ ਦਈਏ। ਦੇਖੋ, ਜਿਹੜੇ ਵੀ ਉਹ ਪਰਿਵਾਰਾਂ ਦੇ ਵਿੱਚ ਵਿਚਾਰੇ ABC ਬੰਦੇ ਗਏ ਹੁੰਦੇ, ਉਹਨਾਂ 'ਚੋਂ ਮੋਸਟਲੀ ਬੰਦੇ ਤੇ ਉਹ ਹੁੰਦੇ ਵੀ ਜਿਹਨਾਂ ਨੇ ਸਕੂਟਰ ਮੋਟਰਸਾਈਕਲ ਦੇ ਬੰਦੇ ਲਿਆਉਣੇ ਆ। 2-4 ਉਹ ਹੁੰਦੇ ਜਿਹਨਾਂ ਨੇ ਵਿਚਾਲੇ ਬਹਿ ਕੇ ਜਾਣਾ ਹੁੰਦਾ, ਉਹ ਯਾਰ ਛੇਤੀ ਮੋੜਾ, ਉਹ ਬਹਿ ਜਾ ਤੂੰ, ਐਡੀ ਕੀ ਫਰਕ ਪੈਣ ਡਿਆ, ਯਾਰ ਮੈਂ ਪੱਠੇ ਲਿਆ, ਉਹ ਲੈ ਆਈ ਪੱਠੇ ਤੂੰ, ਵੱਡੇ ਪੈ ਪੰਡ ਘਰੋਂ ਚੱਕ ਲਈ, ਕੋਈ ਚੱਕਰ ਨਹੀਂ, ਆ ਤੂੰ ਚੱਲੀਏ ਕਰਾਂ, ਹੈ ਨਾ। ਹੁਣ ਉਹ ਵਿਚਾਰਾ ਉਹ ਉੱਥੇ ਲੈ ਜਾਂਦੇ ਆ, ਮਗਰ ਉਹਨਾਂ ਦੇ ਘਰ ਕੀ ਹੋਣ ਹੁੰਦਾ, ਉਹ ਨਿੱਕੀ ਗੁੱਡੀ ਪੁੱਛਦੀ ਹੁੰਦੀ ਹੈ, ਪਾਪਾ ਕਿੱਥੇ ਰਹਿ ਗਿਆ, ਮਾਝੇ ਡਿੰਗਣ ਡਈ ਹੈ। ਪਤਾ ਕੋਈ ਨਹੀਂ, ਉਹ ਇੱਥੋਂ ਗਿਆ ਸੀ, ਕਹਿੰਦਾ ਮੈਂ ਆਇਆ ਹੁਣੇ ਤੇ 2 ਘੰਟੇ ਹੋ ਗਏ ਅਜੇ ਤੱਕ ਨਹੀਂ ਘਰੇ ਵੜਿਆ, ਪਤਾ ਨਹੀਂ ਕਿੱਥੇ ਆਉਣਾ। ਉਹ ਇੱਧਰੋਂ ਉੱਧਰੋਂ ਉਲਝਣਾ 'ਚੋਂ ਵਿਚਾਰੀਆਂ ਮਾੜਾ ਮੋਟ ਠਈਆ ਠੱਪਾ ਜਾ ਕਰਕੇ ਕੋਈ ਮੱਝ ਨੂੰ ਤੂੜੀ ਤਾੜੀ ਰਲਾਉਂਦੀਆਂ। ਫਿਰ ਸ਼ਾਮਾਂ ਜਿਹੀਆਂ ਨੇ ਜਦੋਂ ਹਨੇਰੇ ਜੇ ਭਾਪੇ ਹੋਣੀ ਘਰੇ ਵੜਦੇ ਆ, ਇੱਕ ਤੇ ਅੱਖਾਂ 'ਚ ਸਰੂਰ ਹੁੰਦਾ, ਦੂਜਾ ਉਹੀ ਸਾਫਾ ਜਿਹੜਾ ਉੱਥੋਂ ਮਿਲਿਆ ਹੁੰਦਾ ਉਹ ਗਲ 'ਚ ਪਾਇਆ ਹੁੰਦਾ, ਤੇ ਅਗਲੀ ਫਿਰ ਵਿਚਾਰੀ ਮੱਥੇ 'ਤੇ ਹੱਥ ਮਾਰਦੀ, ਹਾਂ ਆ ਗਿਆ, ਇੱਧਰ ਖੇ ਖਾਣ ਗਿਆ। ਹੁਣ ਉਹ ਜਿਹੜਾ ਪਰਿਵਾਰ ਆ, ਜਿਹਨੂੰ ਕਿ ਅਗਲੇ ਦਿਨ ਅਖਬਾਰ ਦੇ ਵਿੱਚ ਇਹ ਦੱਸਿਆ ਜਾਣਾ ਵੀ ਇਸ ਪਰਿਵਾਰ ਦੀ ਸ਼ਮੂਲੀਅਤ ਹੋ ਗਈ ਫਲਾਨੀ ਪਾਰਟੀ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਪਾਪਾ ਕਿੱਧਰੋਂ ਆਇਆ। ਨਹੀਂ, ਪਰਿਵਾਰ ਦੀ ਨਹੀਂ, ਦਰਜਨਾਂ ਪਰਿਵਾਰਾਂ ਦੀ। ਤੁਸੀਂ ਇਹ ਦੇਖੋ, ਔਰ ਇੱਕ ਕਹਾਣੀ ਤੇ ਹਰੇਕ ਪਰਿਵਾਰ ਦੀ ਇਹੋ ਹੀ ਹੁੰਦੀ ਹੈ। ਗਿੱਦੜਬਾਹਾ ਹਲਕੇ ਦੀ ਇੱਕ ਦਿਨ ਖਬਰ ਆਈ ਥੋੜ੍ਹੇ ਦਿਨ ਪਹਿਲਾਂ ਕਿ ਕੁਝ ਪਰਿਵਾਰ ਜਿਹੜੇ ਨੇ ਉਹ ਇੱਕ ਪਾਰਟੀ ਦੇ ਵਿੱਚ ਚਲੇ ਗਏ। ਤੀਸਰੇ ਦਿਨ ਖਬਰ ਆਈ ਕਿ ਉਹ ਕਿਸੇ ਤਰ੍ਹਾਂ ਭੱਚੇ 'ਚ ਲੈ ਕੇ ਉੱਧਰ ਚਲੇ ਗਿਆ ਸੀ, ਉਹਨਾਂ ਨੂੰ ਵਾਪਸ ਲੈ ਆਂਦਾ ਗਿਆ। ਉਹੀ ਬੰਦੇ ਪਹਿਲਾਂ ਖੜੇ ਸੀ, ਉਹੀ ਬੰਦੇ ਫਿਰ ਖੜੇ ਆ। ਮੈਂ ਸੋਚਦਾ ਸੀ ਕਿ ਜਿਹੜੇ ਇੱਦਾਂ ਦੇ ਬੰਦੇ ਹਰ ਪਿੰਡ 'ਚ ਹੁੰਦੇ ਆ, ਉਹ ਉਹਨਾਂ ਦੀ ਮਜਬੂਰੀ ਲਾ ਲਓ, ਉਹਨਾਂ ਦੀ ਕਮਜ਼ੋਰੀ ਲਾ ਲਓ, ਕੁਛ ਲਾ ਲਓ, ਉਹਨਾਂ ਦੇ ਘਰੇ ਜੇ ਵੋਟਾਂ ਪੈਂਦੀਆਂ ਜਾਂ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਕੋਈ ਪ੍ਰਾਹੁਣਾ ਆ ਜਾ, ਪੁੱਛਦੇ ਹੋਣੇ ਆ,
ਆਵੇ ਫੋਟੋ 2 ਵਾਰੀ ਲੱਗੀ ਸੀ, ਉਦੋਂ ਵੀ ਤੂੰ ਖੜਾ ਸੀ ਪਹਿਲੇ ਬੰਦੇ, ਉਹ ਕੀ ਕਰੀਏ, ਪਹਿਲਾਂ ਨੰਬਰਦਾਰ ਜੀ ਲੈ ਗਏ, ਮੁੜ ਕੇ ਸਰਪੰਚ ਲੈ ਗਿਆ, ਜਾਣਾ ਤਾਂ ਪੈਂਦਾ ਹੀ ਆ। ਅਸੀਂ ਤੇ ਨਾ ਨਹੀਂ ਕੀਤੀ। ਉਹ ਨਾਲੇ ਮੈਨੂੰ ਤੇ ਉੱਥੇ ਜਾ ਕੇ ਦੱਸਿਆ ਉਹਨਾਂ ਵੀ ਆਹ ਕੰਮ ਕਰਨਾ, ਬੰਦੇ ਘਟਦੇ ਵੀ, ਫਲਾਨਾ ਸਿਆ ਆ ਜ਼ਰੂਰ। ਮੈਂ ਕਿਹਾ ਚਲੋ ਚੱਲਦੇ। ਮੈਨੂੰ ਤਾਂ ਉੱਥੇ ਪੱਤਰਕਾਰ ਨੇ ਪੁੱਛਿਆ ਵੀ ਤੂੰ ਪਹਿਲਾਂ ਫਲਾਨੀ ਪਾਰਟੀ 'ਚ ਆ? ਮੈਂ ਨਹੀਂ, ਮੈਂ ਤੇ ਹੈ ਨਹੀਂ। ਕਹਿੰਦਾ ਫਿਰ ਉਹਨਾਂ ਦੇ ਤੇਰਾ ਨਾਂ ਇੱਧਰੋਂ ਲਿਖਾਇਆ, ਲਿਖ ਦਿਓ ਫਿਰ ਕੀ ਫਰਕ ਪੈਂਦਾ। ਕਹਿੰਦਾ ਨਾਂ ਤਾਂ ਲਿਖਿਆ ਜਾਂਦਾ, ਵਿਆਹ ਵਾਲੇ ਕਾਰਡ ਤੋਂ ਬਾਅਦ ਕਦੇ ਨਾਂ ਹੀ ਨਹੀਂ ਲਿਖਿਆ ਗਿਆ। ਨਹੀਂ ਇੱਕ ਵਾਰ ਲਿਖਦੇ ਆ ਬਾਅਦ ਜਦੋਂ ਐਂਡ ਵਾਲਾ ਕਾਰਡ ਹੁੰਦਾ। ਨਹੀਂ ਉਹ ਤਾਂ ਬਾਅਦ ਦੀ ਗੱਲ ਆ ਨਾ। ਉਦੋਂ ਕਈਆਂ ਦਾ ਨਾਂ ਲਿਖਿਆ ਹੁੰਦਾ, ਕਈਆਂ ਦਾ ਤੇ ਸੁਨੇਹਾ ਹੀ ਆਉਂਦਾ ਨਾ। ਅੱਛਾ ਕਹਿੰਦੇ ਚੰਗਾ ਭਲਾ ਯਾਰ, ਗੱਲ ਤੇ ਠੀਕ। ਕਮਾਲ ਦੀ ਗੱਲ ਹੈ, ਬੰਦਾ ਰੌਣਕੀ ਸੀ, ਬੰਦਾ ਠੀਕ ਸੀ, ਹੈ ਕਦੇ ਨਾਂ ਨਹੀਂ ਕਰਦਾ। ਕਈ ਵਾਰੀ ਪਾਰਟੀਆਂ ਸ਼ਾਮਲ ਕਰਾਇਆ। ਨਹੀਂ ਪਰ ਚਲੋ ਹੁਣ ਇੱਕ ਗੱਲ ਆ ਵੀ ਇਹ ਘਟਨਾ ਆਉਣ ਵਾਲੇ ਦਿਨਾਂ 'ਚ ਵਾਪਰਨੀ ਆ ਜੀ। ਅਜੇ ਬਾਕੀਆਂ ਵੱਲੋਂ ਤਾਂ ਕੰਮ ਸ਼ੁਰੂ ਹੋਇਆ ਨਹੀਂ। ਇੱਕ ਪਾਰਟੀ ਨੇ ਜਿਹਨੇ ਸ਼ੁਰੂ ਕਰਤਾ, ਉਹਨਾਂ ਨੇ ਘੱਟੋ ਘੱਟ 700-800 ਥਾਵਾਂ ਤੇ ਇਹ ਕੰਮ ਕਰਨਾ ਜੀ। ਤੇ ਦਿਨ 100 ਜਾਂ 100 ਚੋਂ ਵੀ ਇੱਕ ਲੰਘ ਗਿਆ, ਦੂਜਾ ਅੱਜ ਹੈ ਸ਼ਾਇਦ, ਜੇ ਮੈਂ ਗਲਤ ਨਹੀਂ ਤੇ, ਹੈ ਨਾ। ਕਿਉਂਕਿ ਲਗਾਤਾਰ 100 ਦਿਨ 100 ਹਲਕੇ ਤੇ ਪਤਾ ਨਹੀਂ 700 ਤੋਂ ਵੱਧ ਜਲਸੇ ਜਲੂਸ, ਜਿੱਥੇ ਉੱਦਾਂ ਹੀ ਵਿਚਾਰੇ ਦਰੀਆਂ ਤੇ ਆਪਣੇ ਵਰਗੇ ਬੈਠੇ ਨੇ। ਕਹਿੰਦਾ ਯਾਰ ਕਦੋਂ ਕਾਉਣਾ ਹੋਏ, ਕੀ ਗੱਲ ਹੋਈ ਯਾਰ, ਗਰਮੀ ਬੜੀ ਲੱਗਣ ਡਈ, ਨਾਲੇ ਉਦੋਂ ਆਂਦੇ ਵੀ ਕੋਈ ਖਵਾਵਾਂ ਪਿਆਵਾਂਗੇ, ਇਹਦੇ ਕੋਈ ਪਾਣੀ ਵੀ ਨਹੀਂ ਪੁੱਛਣ ਡਿਆ ਯਾਰ। ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਚਲੋ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਹੁਣ ਪੰਜਾਬ ਯਾਤਰਾ ਤੇ ਨਿਕਲੇ ਆ। ਜੀਰਾ ਵਿਧਾਨ ਸਭਾ ਹਲਕੇ ਤੋਂ ਕੰਮ ਉਹਨਾਂ ਨੇ ਸ਼ੁਰੂ ਕੀਤਾ। ਹੁਣ ਜੀਰਿਓ MLA ਕੁਲਵੀਰ ਸਿੰਘ ਜੀਰਾ ਨੇ, ਤੁਸੀਂ ਇਹ ਦੇਖੋ ਕਿ ਜਦੋਂ ਉਹਨਾਂ ਨੇ ਪਹਿਲੇ ਦਿਨ ਯਾਤਰਾ ਸ਼ੁਰੂ ਕਰਨੀ ਸੀ, ਧੜੱਲੇ ਨਾਲ ਹੀ ਹੋਣੀ ਚਾਹੀਦੀ ਹੈ। 100 ਦਿਨ ਮੁੜ ਕੇ ਘਰ ਨੂੰ ਨਹੀਂ ਆਉਣਾ, 100 ਦਿਨ 100 ਵਿਧਾਨ ਸਭਾ ਹਲਕੇ 700 ਥਾਵਾਂ ਤੇ ਰੁਕਣਾ, ਭਾਸ਼ਣ ਦੇਣੇ। ਉਹ ਕਹਿੰਦੇ ਸਮਾਂ ਥੋੜਾ ਹੈ। ਪਰ ਇੱਕ ਗੱਲ ਜੀਰੇ ਵਾਲੇ ਮੈਨੂੰ ਥੋੜੀ ਸਮਝ ਨਹੀਂ ਆਈ। ਇਹ ਸੁਖਬੀਰ ਸਿੰਘ ਬਾਦਲ ਸਾਹਿਬ ਸਾਬਕਾ ਡਿਪਟੀ ਮੁੱਖ ਮੰਤਰੀ ਹੋਰਾਂ ਦਾ ਭਾਸ਼ਣ ਹੈ ਕਿ ਪੰਜਾਬ 'ਚ ਕਹਿੰਦੇ 117 MLA ਨੇ, ਸਭ ਤੋਂ ਨਿਕੰਮਾ MLA ਤੁਸਾਂ ਚੁਣਿਆ। ਇਹ ਗੱਲ ਉਹਨੇ ਕਹੀ ਉੱਥੇ। ਚਲੋ ਵੈਸੇ ਤਾਂ ਕੁਲਬੀਰ ਸਿੰਘ ਜੀਰਾ ਹੋਰੀ ਵੀ ਬੜੇ ਆੜੇ ਹੱਥੀਂ ਲੈਂਦੇ ਹੁੰਦੇ ਆ, ਜਦੋਂ ਉਹਨਾਂ ਨੂੰ ਮੌਕਾ ਕਿਤੇ ਮਿਲੇ ਅਕਾਲੀ ਦਲ ਦੇ ਉੱਤੇ ਬੋਲਣ ਦਾ, ਘਾਟ ਘੂਟ ਨਹੀਂ ਕਰਦੇ ਹੁੰਦੇ। ਇੱਕ ਵਾਰੀ ਤੁਹਾਨੂੰ ਯਾਦ ਹੋਣਾ ਜਦੋਂ ਨਸ਼ੇ ਵਾਲੇ ਮੁੱਦੇ ਦੇ ਉੱਤੇ ਕੈਂਪ ਲੱਗੇ ਸੀ, ਉਦੋਂ ਤੇ ਸਿੱਧਾ ਚੈਲੰਜ ਸੀ। ਹੁਣ ਉਸੇ ਹੀ ਹਲਕੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਗਏ। ਉਹ ਕਹਿੰਦਾ ਕੋਈ ਗੱਲ ਨਹੀਂ, 6 ਮਹੀਨੇ ਜੀਰਾ ਰੁਕ ਜਾਓ, 6 ਮਹੀਨੇ, 6 ਮਹੀਨਿਆਂ ਦੇ ਬਾਅਦ ਭੱਜਣ ਨਹੀਂ ਮੈਂ ਦਿੰਦਾ, ਇੱਥੋਂ ਹੀ ਕੰਮ ਸ਼ੁਰੂ ਕਰੂੰ, ਪਹਿਲਾਂ ਇੱਥੋਂ ਹੀ। ਹੁਣ ਜਦੋਂ ਇਹ ਗੱਲਾਂ ਕਹਿਤੀਆਂ, ਫਿਰ ਮੋਹਰੇ ਤਾੜੀਆਂ ਤਾਂ ਭਾਈ ਪੰਡਾਲ 'ਚੋਂ ਵੱਜਣੀਆਂ ਸੀ, ਬੰਦੇ ਆਪਣੇ ਬੈਠੇ ਆ। ਫਿਰ ਹੁਣ ਜੀਰਾ ਸਾਹਿਬ ਕੀ ਪ੍ਰਤੀਕਿਰਿਆ ਦਿੰਦੇ ਆ, ਉਹ ਤਾਂ ਆਉਣ ਵਾਲੇ ਦਿਨ ਦੱਸਣਗੇ। ਪਰ ਉੱਥੇ ਇੱਕ ਜਿਹੜੀ ਖਾਸ ਗੱਲ ਹੋਈ, ਉਹ ਕਹਿੰਦੇ ਜੀ ਖੇਤੀ ਕਾਨੂੰਨ ਰੱਦ ਕਰ ਦੇਣੇ ਆ, ਨੌਕਰੀਆਂ ਦੇ ਦੇਣੀਆਂ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤਰਜੀਹ ਦੇਣੀ ਹੈ, ਤੇ ਨਾਲ ਉਹਨਾਂ ਨੇ ਕਹਿ ਦਿੱਤਾ, ਉਹ ਕਹਿੰਦੇ ਜੀ ਆਹ ਦੇਖੋ ਮੇਰੇ ਨਾਲ ਕੌਣ ਖੜੇ ਨੇ, ਜਨਮੇਜਾ ਸਿੰਘ ਸੇਖੋਂ ਸਾਹਿਬ, ਲੱਠਾ ਬੰਦਾ ਹੀ ਕਹਿੰਦੇ, ਵਧੀਆ। ਹੁਣ ਜਨਮੇਜਾ ਸਿੰਘ ਸੇਖੋਂ ਸਾਹਿਬ ਦਾ ਜ਼ਿਕਰ ਕਿਉਂ ਕੀਤਾ? ਉਹ ਤਾਂ ਹੋਰ ਹਲਕੇ 'ਚੋਂ ਹੁੰਦੇ ਆ, ਉਹ ਤਾਂ ਮੌੜ ਤੋਂ ਹੁੰਦੇ ਆ ਮੇਰਾ ਖਿਆਲ। ਹੁਣ ਉਹ ਕਹਿੰਦੇ ਕਿ ਭਾਈ ਮੌੜ ਵਾਲੇ ਸਾਡੇ ਨਾਲ ਗੁੱਸੇ ਆ ਵੀ ਤੁਸੀਂ ਕਾਹਨੂੰ ਲੈ ਗਏ ਸੇਖੋਂ ਸਾਹਿਬ ਨੂੰ, ਕਾਹਨੂੰ ਲੈ ਗਏ ਸੇਖੋਂ ਸਾਹਿਬ ਨੂੰ, ਨਹੀਂ ਸੀ ਲਿਜਾਣਾ, ਤੁਸੀਂ ਅਗਲੇ ਪਾਸੇ ਨੂੰ ਜਿਹੜਾ ਤੁਰਨਾ ਸੀ। ਉਹ ਕਹਿੰਦੇ ਨਾ, ਸੇਖੋਂ ਸਾਹਿਬ ਵੀ ਚਾਹੁੰਦੇ ਸੀ ਕਿ ਭਾਈ ਜੀਰੇ ਤੋਂ ਚੋਣ ਲੜਨੀ ਹੈ, ਆਪਾਂ ਹੁਣ ਇਹਨਾਂ ਨੂੰ ਜੀਰੇ ਲੈ ਆਂਦਾ, ਜਿਤਾਓ, ਸਰਕਾਰ ਸਾਡੀ ਬਣਨੀ ਹੈ, ਮੰਤਰੀ ਆਪਾਂ ਇਹਨਾਂ ਨੂੰ ਬਣਾਉਣਾ, ਦੇਖਿਓ ਵਿਕਾਸ ਕਿੰਨਾ ਕਰਾਉਂਦੇ ਆ। ਹੁਣ ਉਧਰਲੇ ਪਾਸੇ ਜੇ ਸੱਚੀ ਮੁੱਚੀ ਮੌੜ ਮੰਡੀ ਵਾਲੇ ਉਡੀਕਦੇ ਆ, ਫਿਰ ਇੱਧਰ ਲੈ ਆਉਂਦੇ ਆ। ਹੁਣ ਉਹ ਵੀ ਇਕੱਲੇ ਨੇ, ਇੱਧਰਲੇ ਪਾਸੇ ਕੁਲਬੀਰ ਸਿੰਘ ਜੀਰੇ ਨਾਲ ਮੁਕਾਬਲਾ ਹੋਣਾ। ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿੱਦਾਂ ਐਤਕੀ ਭਾਸ਼ਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਹਨੇਰੀਆਂ ਲਿਆਂਦੀਆਂ, 100 ਦਿਨ ਇੱਦਾਂ ਹੀ ਚੱਲੂ ਕੰਮ। ਨਹੀਂ ਚੱਲੂਗਾ। ਮੈਂ ਤਾਂ ਇਹ ਉਡੀਕਦਾ ਵੀ ਅੱਜ ਜਦੋਂ ਦਿਨ ਚੜ੍ਹ ਗਿਆ, ਕੁਲਬੀਰ ਸਿੰਘ ਜੀਰਾ ਹੋਰਾਂ ਨੇ ਵੀ ਇਕੱਠ ਕਰਨਾ, ਉਹਨਾਂ ਨੇ ਵੀ ਕਿਸੇ ਨਾ ਕਿਸੇ ਪੱਤਰਕਾਰ ਭਾਈਚਾਰੇ ਨੂੰ ਸੱਦ ਕੇ ਕਹਿਣਾ ਵੀ ਇੱਥੇ ਆਓ, ਇੱਕ ਮਾਈਕ ਲਾ ਲਓ, ਕੈਮਰਾ ਸਿੱਧਾ ਕਰ ਲਓ, ਫਿਰ ਵੇਖਿਓ ਫਿਰ ਮੈਂ ਕਮਾਲ ਕੀ ਕਰਦਾ। ਕਿਉਂਕਿ ਦੇਖੋ ਜੇ ਤੇ ਹੁੰਦੀਆਂ ਇਕੱਲੀਆਂ ਸਿਆਸੀ ਗੱਲਾਂ ਜੀ, ਫਿਰ ਸ਼ਾਇਦ ਉਹ ਗੁੱਸਾ ਨਾ ਕਰਦੇ। ਉਹ ਜਿਹੜੀਆਂ ਥੋੜ੍ਹਾ ਜਿਹਾ ਨਿੱਜੀ ਹਮਲੇ ਕਰ ਗਏ ਉਹਨਾਂ ਦੇ ਨਾਲ, ਮੇਰੇ ਖਿਆਲ ਨਾਲ ਉਹਨਾਂ ਦਾ ਸ਼ਾਇਦ ਉਹ ਗੁੱਸਾ ਕਰ ਜਾਣ। ਨਹੀਂ ਦੇਖੋ, ਮੈਂ ਤਾਂ ਹੈਰਾਨ ਸੀ ਵੈਸੇ। ਚਲੋ ਮੈਂ ਕਹਿੰਦਾ ਜੇ ਕੁਲਵੀਰ ਸਿੰਘ ਜੀਰੇ ਨੇ ਕੋਈ ਗਲਤੀ ਕੀਤੀ ਹੈ, ਕਾਨੂੰਨੀ ਤੌਰ ਤੇ ਸਜ਼ਾ ਮਿਲੇ, ਜਿਹੜੇ ਵੀ ਬੰਦੇ ਨੇ ਕੀਤੀ ਸਜ਼ਾ ਮਿਲਣੀ ਚਾਹੀਦੀ ਹੈ। ਪਰ ਮੈਂ ਅੱਜ ਤੱਕ ਕਿਸੇ ਸਿਆਸੀ ਪਾਰਟੀ ਦੇ ਮੈਂਬਰਸ਼ਿਪ ਫਾਰਮ ਦੇ ਉੱਤੇ ਇਹ ਲਿਖਿਆ ਨਹੀਂ ਦੇਖਿਆ ਕਿ ਬੰਦਾ 5 ਫੁੱਟ ਤੋਂ ਉੱਪਰ ਜਾਂ 6 ਫੁੱਟ ਤੋਂ ਉੱਪਰ ਚਾਹੀਦਾ। ਉਹ ਤਾਂ ਇੱਦਾਂ ਵੀ ਕਹਿ ਗਏ ਕਿ ਭਾਈ ਕਿੱਡਾ ਕੁ ਲੰਬਾ ਉੱਚਾ ਕੱਦ ਆ ਜਾਂ ਕੀ ਹੈਗਾ, ਕਿਉਂਕਿ ਹਰ ਇੱਕ ਪਾਰਟੀ 'ਚ ਉੱਚੇ ਬੰਦੇ ਵੀ ਨੇ, ਕੱਦੋਂ ਛੋਟੇ ਬੰਦੇ ਵੀ ਨੇ। ਪਰ ਇਹ ਜਿਹੜਾ ਹਾਂ, ਇਹਦੇ ਨਾਲ ਮੂਹਰੇ ਪੰਡਾਲ 'ਚ ਬੈਠਿਆਂ ਨੂੰ ਸਵਾਦ ਭਾਵੇਂ ਆ ਜਾਂਦਾ ਹੋਊਗਾ, ਉਹ ਬੱਲੇ 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 ਕਿਹੜੀ ਗੱਲ ਕਹਿਤੀ। ਪਰ ਨਹੀਂ ਉਹ ਸਵਾਦ ਚੱਕਰ 'ਚ ਹੈ ਨਾ, ਮੈਨੂੰ ਲੱਗਦਾ ਵੀ ਇਹ ਸਵਾਦ ਕਿਤੇ ਰੌਲਾ ਨਾ ਪਾ ਦੇਵੇ। ਪਰ ਗੱਲ ਇਹ ਆ ਵੀ ਉੱਥੇ ਜਿਹੜੇ ਬੰਦੇ ਹੋਰ ਥਾਂ ਤੇ ਗਏ ਸੀ ਨਾ, ਇਹ ਤੇ ਹੋ ਗਿਆ ਇੱਥੋਂ ਵਾਲਾ ਪੰਡਾਲ, ਇੱਕ ਥਾਂ ਬੰਦੇ ਹੋਰ ਵੀ ਹੈਗੇ। ਉਹ ਮਤਲਬ ਜਿਹੜਾ ਬਾਈਪਾਸ ਬਣਿਆ ਨਾ, ਉਹਦੇ ਥੱਲੇ ਕਹਿੰਦੇ ਛਾਵੇਂ ਲਾ ਲਓ, ਇੱਥੇ ਛਾਵੇਂ ਧੁੱਪ ਤੋਂ ਬਚੀ ਰਵਾਂਗੇ। ਇੱਥੇ ਕਿਉਂ ਕਹਿੰਦੇ ਮੁੜਨਾ ਇੱਧਰ ਦੀ ਆ, ਗੱਡੀਆਂ ਇੱਧਰ ਦੀ ਲੰਘਣੀਆਂ, ਹਾਂ ਸਪੀਕਰ ਵੀ ਲਾ ਲਓ। ਉਹਨੇ ਜਦੋਂ ਫਿਰ ਲਾਗੋਂ ਤੁਹਾਨੂੰ ਪਤਾ ਮੁਲਾਜ਼ਮ ਵੀ ਦੱਸ ਦਿੰਦੇ, ਉਹ ਕਹਿੰਦੇ ਹਾਂ ਕਿੱਧਰ
ਉਹ ਕਹਿੰਦੇ ਫਿਰ ਅੱਜ ਉਹਨਾਂ ਨੇ ਆਉਣਾ ਨਾ ਵਾਹ ਬਈ ਇੱਥੇ ਕਹਿੰਦਾ ਟਰਾਲੀ ਲਾ ਲੈਣ ਤੇ ਸਾਨੂੰ ਫਿਰ ਵੇਖੀ ਫਿਰ ਸਾਡੀ ਰੰਗਣਾ। ਹੁਣ ਸੁਖਬੀਰ ਬਾਦਲ ਸਾਹਿਬ ਦਾ ਦੇਖੋ ਬਾਕੀ ਪਿੰਡਾਂ 'ਚ ਕੀ ਹੁੰਦਾ, ਬਾਕੀ ਥਾਵਾਂ 'ਤੇ ਕੀ ਹੁੰਦਾ, ਇਹ ਤੇ ਬਾਅਦ ਦੀ ਗੱਲ ਆ, ਪਰ ਪਹਿਲੇ ਦਿਨ ਜਿਹੜੀ ਇੱਕ ਤਾਂ ਹੁੰਦਾ ਨਾ ਉਦਘਾਟਨ, ਇੱਕ ਹੁੰਦੀ ਪੰਜਾਬੀਆਂ ਦੀ ਬੋਹਣੀ ਜੀ, ਇਹ ਜਿਹੜੀ ਬੋਹਣੀ ਕੀਤੀ ਕਿਸਾਨਾਂ ਨੇ ਉਹ ਬੜੀ ਖਰਾਬ ਲੱਗੀ। ਹਾਂ ਨਹੀਂ ਦੇਖੋ ਇਹਦੇ ਤੋਂ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਇਕੱਲਾ ਭਾਜਪਾ ਵਾਲਿਆਂ ਨੂੰ ਨਹੀਂ, ਸਾਰੀਆਂ ਸਿਆਸੀ ਪਾਰਟੀਆਂ ਜਦੋਂ ਵੱਡੀ ਸਰਗਰਮੀ ਕਰਨਗੀਆਂ ਉਹਨੂੰ ਕਿਸਾਨ ਰੋਕਣਗੇ ਜ਼ਰੂਰ, ਕਿਉਂਕਿ ਵੀਡੀਓ ਆਈਆਂ ਕਾਫਲਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਲੰਘ ਰਿਹਾ, ਉਹਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ, ਕਾਫਲੇ ਨੂੰ ਉੱਥੇ ਮੁਰਦਾਬਾਦ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਸ ਵੇਲੇ ਜਿਹੜਾ ਕੰਮ ਕਰਦੇ ਫਿਰਦੇ ਹੋ, ਕਿਸਾਨ ਦਿੱਲੀ ਬੈਠੇ ਆ, ਰੋਜ਼ 1-2 ਲਾਸ਼ਾਂ ਉੱਥੋਂ ਆਉਂਦੀਆਂ, ਰਾਹ 'ਚ ਆਉਂਦੇ ਜਾਂਦੇ ਕਿਸਾਨਾਂ ਦੀਆਂ ਜਾਨਾਂ ਜਾਂਦੀਆਂ ਤੇ ਤੁਹਾਨੂੰ ਸਿਆਸਤ ਦੀ ਪਈ ਹੈ। ਇਹਦਾ ਮਤਲਬ ਹੈ ਕਿ 100 ਦਿਨ 100 ਹਲਕੇ 700 ਸਮਾਗਮ ਹੋ ਸਕਦਾ, ਇੰਨੀ ਜਗ੍ਹਾ ਦੇ ਉੱਤੇ ਥੋੜਾ ਬਹੁਤਾ ਜਿੰਨਾ ਮਰਜ਼ੀ ਵਿਰੋਧ ਦਾ ਵੀ ਸਾਹਮਣਾ ਕਰਨਾ ਪਵੇ। ਪਰ ਇੱਥੇ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਉਹ ਗੱਲ ਕੀ ਹੈ ਕਿ ਜਦੋਂ ਜੀਰੇ ਦੇ ਵਿੱਚ ਸਮਾਗਮ ਹੋ ਰਿਹਾ ਸੀ ਨਾ, ਕੁਲਬੀਰ ਸਿੰਘ ਜੀਰਾ ਕੀ ਕਹਿੰਦੇ ਬਾਅਦ ਦੀਆਂ ਗੱਲਾਂ, ਜਦੋਂ ਜਨਮੇਜਾ ਸਿੰਘ ਸੇਖੋਂ ਸਾਹਿਬ ਨੂੰ ਨਾਲ ਖੜਾ ਕੀਤਾ ਕਿ ਭਾਈ ਜੀਰਿਓਂ ਉਮੀਦਵਾਰ ਇਹ ਹੋਣਗੇ, ਉਹਦੇ ਨਾਲ 2-3 ਚੀਜ਼ਾਂ ਬਹੁਤ ਕਲੀਅਰ ਹੋ ਗਈਆਂ। ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਵਿੱਚ ਗਏ ਆ, ਉਹਨਾਂ ਦੇ ਬਾਬਤ ਇਹ ਮੰਨਿਆ ਜਾਂਦਾ ਕਿ ਭਾਈ ਸੈੱਟ ਕਿੱਥੇ ਹੋਣਗੇ, ਕਿਉਂਕਿ ਜਦੋਂ ਜਲਾਲਾਬਾਦ ਦੇ ਵਿੱਚ ਜ਼ਿਮਨੀ ਚੋਣ ਹੋਈ ਹੈ ਉਦੋਂ ਬਹੁਤੇ ਲੋਕ ਮੰਨ ਕੇ ਚੱਲਦੇ ਸੀ ਕਿ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਪਰ ਗੱਲ ਨਹੀਂ ਬਣੀ। ਐਤਕੀ ਮੰਨਿਆ ਜਾ ਰਿਹਾ ਸੀ ਕਿ ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਖੁਦ ਚੋਣ ਲੜਨੀ ਹੈ ਵਿਧਾਨ ਸਭਾ ਦੀ, ਫਿਰੋਜ਼ਪੁਰ ਖਾਲੀ ਹੋ ਜਾਣਾ, ਸ਼ਾਇਦ ਉੱਥੋਂ ਟਿਕਟ ਦੇ ਦੇਣਗੇ। ਪਰ ਹੁਣ ਪਤਾ ਲੱਗਿਆ ਹੈ ਕਿ ਜਨਮੇਜਾ ਸਿੰਘ ਸੇਖੋਂ ਸਾਹਿਬ ਜਿਹੜਾ ਮੌੜ ਹਲਕਾ ਛੱਡ ਕੇ ਆਏ ਆ, ਹੋ ਸਕਦਾ ਕਿ ਹੁਣ ਉੱਥੋਂ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਅਕਾਲੀ ਦਲ ਆਪਦਾ ਉਮੀਦਵਾਰ ਬਣਾ ਲਿਆ। 2-4 ਦਿਨਾਂ 'ਚ ਐਲਾਨ ਵੀ ਹੋ ਸਕਦਾ। ਕੁਝ ਪਿੰਡਾਂ 'ਚੋਂ ਗੇੜੇ ਵੀ ਮਾਰੇ ਆਏ ਆ ਤੇ ਉੱਥੇ ਐਤਕੀ ਮੁਕਾਬਲਾ ਬੜਾ ਦਿਲਚਸਪ ਹੋਊਗਾ। ਪਤਾ ਲੱਗਾ ਸਿਕੰਦਰ ਸਿੰਘ ਮਲੂਕਾ ਸਾਹਿਬ ਵੀ ਚਾਹੁੰਦੇ ਸੀ ਕਿ ਭਾਈ ਜੇ ਕਿਤੇ ਅਕਾਲੀ ਦਲ ਉਧਰਲੇ ਪਾਸਿਓਂ ਦੇਖ ਲੈ, ਪਰ ਜਗਮੀਤ ਸਿੰਘ ਬਰਾੜ ਹੋਰਾਂ ਦੀਆਂ ਸਰਗਰਮੀਆਂ ਤੇ ਨਾਲ ਜਗਦੇਵ ਸਿੰਘ ਕਮਾਲੂ ਹੋਰੇ ਹੋਣਗੇ, ਜਿਨ੍ਹਾਂ ਨੇ ਪਿਛਲੀ ਵਾਰੀ ਕਾਂਗਰਸ ਤੇ ਅਕਾਲੀ ਦਲ ਦੋਨਾਂ ਦੇ ਉਮੀਦਵਾਰ ਹਰਾ ਕੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਹਾਸਲ ਕੀਤੀ ਸੀ। ਉਹ ਕਾਂਗਰਸ 'ਚ ਗਏ ਆ, ਉਹ ਗਏ ਵੀ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ ਹੈ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਭਰੋਸਾ ਦਿੱਤਾ ਹੋਣਾ ਕਿ ਤੁਸੀਂ ਜਿੱਤ ਕੇ ਆਏ ਹੋ, ਤੁਹਾਨੂੰ ਟਿਕਟ ਜ਼ਰੂਰ ਦੇਵਾਂਗੇ। ਇਹਦਾ ਮਤਲਬ ਹੈ ਕਿ ਜੇ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਟਿਕਟ ਮਿਲਦੀ ਹੈ, ਜਗਦੇਵ ਸਿੰਘ ਕਮਾਲੂ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਆ, ਤਾਂ ਫਿਰ ਸਿੱਧਾ ਮੁਕਾਬਲਾ ਉਧਰ ਹੋ ਜਾਊ। ਤੁਸੀਂ ਐਵੇਂ ਦਿਲ ਹੀ ਰੱਖਿਆ ਨੇ ਕਮਾਲੂ ਸਾਹਿਬ ਦਾ। ਉਹ ਕਿਵੇਂ? ਉਹ ਜਿੱਦਣ ਗਏ ਸੀ ਨਾ ਉਦਣ ਕੈਪਟਨ ਸਾਹਿਬ ਕਪਤਾਨ ਜਾਪਦੇ ਸੀ, ਹੈਲੀਕਾਪਟਰ ਦੇ ਕੋਲ ਜਿਹਨਾਂ ਦੇ ਨਾਲ ਖਲੋਤੇ ਸੀ ਖਹਿਰਾ ਸਾਹਿਬ ਸੀ, ਕਮਾਲੂ ਸਾਹਿਬ ਤੇ ਉਦਣ ਵਿਚਾਰੇ ਐਂ ਖਲੋਤੇ ਜਿੱਦਾਂ ਉਹ ਕਰ ਲਾਂਗੇ। ਤੇ ਹੁਣ ਚੱਕਰ ਇਹ ਆ ਵੀ ਉਹ ਜਿਹੜਾ ਉਸ ਤੋਂ ਬਾਅਦ ਸਾਰਾ ਤਾਣਾ ਬਾਣਾ ਬਦਲਿਆ ਤੇ ਜਾਪਿਆ ਇਹ ਆ ਵੀ ਹਰੇ ਪੈਨ ਵਾਲੇ ਸੈਨ ਹੁਣ ਸ਼ਾਇਦ ਕੋਈ ਹੋਰ ਸਰਦਾਰ ਕਰੇ। ਉਦਣ ਦੇ ਤੇ ਮੈਨੂੰ ਇਹ ਵੀ ਯਾਦ ਆ ਕਮਾਲੂ ਸਾਹਿਬ ਵੀ ਖਹਿਰਾ ਸਾਹਿਬ ਨੂੰ ਕਹਿੰਦੇ ਨੇ, ਖਹਿਰਾ ਸਾਹਿਬ ਵੇਖਿਓ ਕਿਤੇ ਯਾਰ ਉਹ ਗੱਲ ਨਾ ਹੋਵੇ, ਜਾ ਜਾਂਦੀ ਨਾ ਹੋ ਜਾਵੇ। ਆਹੋ ਵੀ ਆਹੋ ਹੈ, ਉਹ ਕਹਿੰਦੇ ਨੇ ਨਹੀਂ ਦਿਲ ਨਾ ਛੱਡੋ, ਏਡੀ ਕਿਹੜੀ ਗੱਲ ਹੋ ਗਈ। ਤੁਸੀਂ ਇੱਕ ਹੋਰ ਫੋਟੋ ਸ਼ਾਇਦ ਮਿਸ ਕਰ ਗਏ, ਉਸ ਫੋਟੋ ਤੋਂ ਬਾਅਦ ਲੱਗਦਾ ਕਿ ਗੱਲ ਬਣ ਜੂ। ਪ੍ਰਗਟ ਸਿੰਘ ਹੋਰੀ ਜਨਰਲ ਸਕੱਤਰ ਬਣੇ, ਉਹਨਾਂ ਨੂੰ ਕੁਰਸੀ ਤੇ ਬਿਠਾਉਣਾ ਸੀ, ਉਹਨਾਂ ਨੂੰ ਕਾਰਜ ਭਾਗ ਜਿਹੜਾ ਉਹ ਸਾਂਭਣਾ ਸੀ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ, ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਆਏ, ਚਾਰੇ ਹੀ ਕਾਰਜਕਾਰੀ ਪ੍ਰਧਾਨ ਵੀ ਆਏ ਜਿਹੜੇ ਸਿੱਧੂ ਸਾਹਿਬ ਦੇ ਨਾਲ ਨਿਯੁਕਤ ਕੀਤੇ ਸੀ। ਤੇ ਉਧਰ ਕਮਾਲੂ ਸਾਹਿਬ ਗਏ ਸੀ, ਜੱਫੀ ਉਧਰ ਵੀ ਪਾਈ, ਫੋਟੋ ਖਿਚਾਈਆਂ। ਹੋ ਸਕਦਾ ਭਾਈ ਅਗਲੇ ਵੀ ਦੇਖ ਲੈਂਦੇ ਹੁਣ ਕਿ ਭਾਈ ਹਵਾ ਕਿੱਧਰਲੀ ਵਗਦੀ ਹੈ। ਨਹੀਂ ਉਹ ਤਾਂ ਖਹਿਰਾ ਸਾਹਿਬ ਨੇ ਕਹਿਣਾ ਵੀ ਤੁਸੀਂ ਕਮਾਲੂ ਸਾਹਿਬ ਜਾਇਆ ਕਰੋ, ਕੋਈ ਗੱਲ ਨਹੀਂ, ਮੇਰੀ ਗੱਲ ਹੋਰ ਹੈ। ਮੇਰੀ ਗੱਲ ਚਲੋ ਹੋਰ, ਤੁਸੀਂ ਨਾ ਇਦਾਂ ਕਰਿਆ ਕਰੋ ਹੈ। ਪਰ ਚਲੋ ਇਹ ਤੇ ਗੱਲ ਕਲੀਅਰ ਹੋ ਗਈ ਵੀ ਹੁਣ ਦੇਖੋ ਇਹ ਤਾਂ ਹੁਣ ਮੇਰੇ ਖਿਆਲ ਨਾਲ ਉਹਨਾਂ ਦੇ ਵੋਟਰ ਜਾਣਨ ਵੀ ਉਹਨਾਂ ਨੇ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਰਿਪੀਟ ਕਰਨਾ, ਜਾਂ ਉਹਨਾਂ ਨੂੰ ਕੋਈ ਬਾਹਰੋਂ ਬੰਦਾ ਚੰਗਾ ਲੱਗਦਾ, ਜਾਂ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਪਹਿਲਾਂ ਸੀ ਉਹ ਕਿਤੇ ਹੋਰ ਚਲਾ ਗਿਆ ਉਹਨੂੰ ਵਾਪਸ ਲਿਆਉਣਾ, ਇਹ ਤਾਂ ਦੇਖੋ ਲੋਕ ਜਾਣਨਗੇ ਤੇ ਲੋਕਾਂ ਨੇ ਮੇਰੇ ਖਿਆਲ ਨਾਲ ਇਹਦਾ ਜਵਾਬ ਦੇਣਾ। ਪਰ ਇੱਕ ਚੀਜ਼ ਹੈਗੀ ਆ ਵੀ ਇਹ ਸਾਰੇ ਕੁਝ ਜਿਹੜੀ ਅਵੇਅਰਨੈਸ ਵਾਲੀ ਗੱਲ, ਮੈਨੂੰ ਉਹੀ ਮੈਂ ਦੁਬਾਰਾ ਫਿਰ ਉਸੇ ਵਿਰੋਧ ਤੇ ਆ ਜਾਵਾਂ। ਹੈ ਤਾਂ ਨਿੱਕੀ ਜੀ ਬਾਈਟ ਸੀ ਮੁੰਡੇ ਦੀ, ਪਰ ਉਹ ਵਧੀਆ ਸੀ, ਮੈਨੂੰ ਠੀਕ ਲੱਗੀ। ਉਹ ਕਹਿੰਦੇ ਝੰਡਾ ਫੜਿਆ ਤੇ ਸੰਘ ਬੈਠਾ ਨਾਰੇ ਲਾ ਕੇ ਤੇ ਪੁੱਛ ਲਿਆ ਕਿਸੇ ਨੇ ਗੱਲ ਕਾਹਦੀ, ਮਤਲਬ ਯਾਰ ਇਹ ਤੁਸੀਂ ਨਾਲੇ ਕਹਿੰਦੇ ਵੀ ਮਤਲਬ ਉਹ ਤਾਂ ਕਹਿਣ ਡਿਆ ਵੀ ਹੋਰ ਕਿਸੇ ਦਾ ਆਪਾਂ ਵਿਰੋਧ ਨਹੀਂ ਕਰਨਾ ਕਿੱਦਾਂ ਨਹੀਂ ਕਹਿੰਦਾ ਪਿਛਲੇ ਸਾਲ ਇਹੋ ਹੀ ਟਾਰਾ ਮਾਰ ਕੇ ਆਂਦੇ ਸੀ ਵੀ ਇਹ ਤਾਂ ਬਹੁਤ ਵਧੀਆ ਹੁਣ ਕਹਿੰਦੇ ਖਰਾਬ ਹੋ ਗਏ। ਦੱਸ ਅਸੀਂ ਤੇ ਉਹ ਪੁੱਛਣਾ ਨਾ, ਮਤਲਬ ਹੁਣ ਗੱਲ ਉਹਦੇ 'ਚ ਲੌਜਿਕ ਤੇ ਹੈਗਾ। ਹੁਣ ਦੇਖੋ ਹੁਣ ਸੁਖਬੀਰ ਬਾਦਲ ਸਾਹਿਬ ਵੱਡੇ ਬੰਦੇ, ਉਹਨਾਂ ਨੇ ਨਾ ਤਾਂ ਗੱਡੀ ਦੀ ਰੋਕੀ, ਨਾ ਉਹਨਾਂ ਰੋਕਣੀ, ਨਾ ਉਹਨੂੰ ਵਿਚਾਰੇ ਨੂੰ ਕਿਸੇ ਨੂੰ ਜਵਾਬ ਹੀ ਦੇਣਾ ਹੈ। ਪਰ ਮੈਂ ਉਹਦੇ ਚਿਹਰੇ ਦੀ ਫਰਸਟ੍ਰੇਸ਼ਨ ਤੋਂ ਸਮਝ ਸਕਦਾ ਵੀ ਉਹ ਵਿਚਾਰਾ ਦੁਖੀ ਕਿੰਨਾ, ਬੀਤਦੀ ਕੀ ਹੈ। ਸੰਧਾਲੀਆ ਸਾਹਿਬ ਕਈ ਬੰਦੇ ਨੂੰ ਇਦਾਂ ਲੱਗਦਾ ਕਿ ਅਚਾਨਕ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਲੀਡਰ ਨੇ ਆਉਣਾ ਤਾਂ ਵਿਰੋਧ ਕਰਨ ਦੇ ਨਹੀਂ। ਹੁਣ ਸੰਤ ਲੌਂਗੋਵਾਲ ਹੋਰਾਂ ਦੀ ਬਰਸੀ ਹੁੰਦੀ ਹੈ, ਉੱਥੇ ਸਿਆਸੀ ਪਾਰਟੀਆਂ ਆਪਣੇ ਇਕੱਠ ਕਰਦੀਆਂ, ਦਿਨ 2 ਰਹਿ ਗਏ। ਹੁਣ ਉੱਥੇ ਇਕੱਠ ਹੁੰਦੇ ਆ ਕਿ ਨਹੀਂ ਹੁੰਦੇ ਉਹ ਬਾਅਦ ਦੀ ਗੱਲ ਹੈ, ਪਰ ਕਿਸਾਨਾਂ ਨੇ ਆਟੋ ਰਿਕਸ਼ਿਆਂ ਤੇ ਟੈਂਪੂਆਂ ਤੇ DCM ਦੇ ਉੱਤੇ ਸਪੀਕਰ ਰੱਖ ਲੈ, ਉਹ ਪਿੰਡਾਂ 'ਚ ਜਾਂਦੇ ਆ। ਅਸੀਂ ਪਿੰਡ ਵਾਲਿਓ ਤੁਹਾਨੂੰ ਬੇਨਤੀ ਕਰਦੇ ਹਾਂ, ਜੇ ਕਿਸੇ ਨੇ ਐਤਕੀ ਉੱਥੇ ਲੌਂਗੋਵਾਲ ਦੇ ਵਿੱਚ ਬਰਸੀ ਦੇ ਮੌਕੇ ਤੇ ਸਿਆਸੀ ਬੰਦੇ ਨੇ ਕਿਸੇ ਨੇ ਇਕੱਠ ਕੀਤਾ, ਆਪਾਂ ਵਿਰੋਧ ਕਰਨਾ ਹੀ ਸਾਰਿਆਂ ਨੇ,
ਨੁੱਕੜ ਬੈਠਕਾਂ ਵੀ ਕਰਨ ਲੱਗ ਪਏ। ਯਾਨੀ ਤੁਸੀਂ ਦੇਖੋ ਕਿ ਅੱਗੇ ਚੋਣ ਹੁੰਦੀ ਸੀ, ਇਲੈਕਸ਼ਨ ਦੇ ਵਿੱਚ ਨੁੱਕੜ ਬੈਠਕਾਂ ਹੁੰਦੀਆਂ ਸੀ, ਸਪੀਕਰ ਲੱਗਦੇ ਹੁੰਦੇ ਸੀ, ਤੁਹਾਡੇ ਦਿਲਾਂ ਦੀ ਧੜਕਣ, ਤੁਹਾਡੇ ਹਰਮਨ ਪਿਆਰੇ ਅਗਾਂਹ ਵਾਧੂ ਵਿਚਾਰਾਂ ਵਾਲੇ ਉਮੀਦਵਾਰ ਫਲਾਨਾ ਫਲਾਨਾ ਆ ਤੇ ਉਹਦਾ ਚੋਣ ਨਿਸ਼ਾਨ ਆ, ਤੁਸੀਂ ਉੱਥੇ ਮੋਹਰ ਲਾ ਕੇ ਬਟਨ ਦਬਾ ਕੇ ਉਹਨੂੰ ਕਾਮਯਾਬ ਕਰੋ, ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ। ਪਰ ਹੁਣ ਇਹ ਨਹੀਂ ਹੁੰਦਾ। ਨਹੀਂ ਮਤਲਬ ਇਹ ਜਿਹੜੀ ਲਾਈਨ ਹੈ ਨਾ ਵੀ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ, ਇਹ ਤਾਂ ਕਦੀ ਮੈਂ ਕਲੀਅਰ ਨਹੀਂ ਵੇਖੀ। ਨਹੀਂ ਐਤਕੀ ਤਾਂ ਉੱਥੇ ਨਾ ਵਾਈਟਨਰ ਲਾ ਕੇ ਲੈ ਦੋ, ਉਹਨਾਂ ਦੀ ਕਾਮਯਾਬੀ ਹੈ, ਤੁਹਾਡੀ ਬਿਲਕੁਲ ਨਹੀਂ ਹੈ। ਮੈਨੂੰ ਹੋਰ ਗੱਲ ਲੱਗਦੀ, ਮੈਨੂੰ ਲੱਗਦਾ ਵੀ ਜਿੰਨੀ ਵਾਰ ਇਹ ਨਾਰਾ ਲੱਗਾ ਨਾ ਉਹਦੇ ਚੋਂ ਇੱਕ ਸ਼ਬਦ ਜਿਹੜਾ ਉਹ ਮੂੰਹ 'ਚ ਬੋਲਦੇ, ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਨਾ, ਉਹ ਜਦੋਂ ਗੋਲ ਜੀ ਕਰਕੇ ਗੱਲ ਕਹਿਣੀ ਫਿਰ ਕੀ ਪਤਾ ਲੱਗਦਾ ਵੀ ਕਾਮਯਾਬੀ ਕਹਿੰਦੇ ਕਿ ਨਾ ਕਾਮਯਾਬੀ ਕਹਿੰਦੇ। ਹੋ ਸਕਦਾ ਇਦਾਂ ਵੀ ਕਿਹਾ ਜਾਏ ਉਹਨਾਂ ਦੀ ਕਾਮਯਾਬੀ ਉਹਨਾਂ ਦੀ ਤਨਖਾਹ ਹੈ, ਤਨਖਾਹ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਹੈ, ਇੱਕ ਥੋੜਾ ਜਿਹਾ ਨਹੀਂ ਕਿੰਨੀਆਂ ਨੇ ਉਹਨਾਂ ਦੀ ਕਾਮਯਾਬੀ ਉਹਨਾਂ ਦੀ ਸਰਕਾਰੀ ਕਾਰ ਹੈ, ਉਹਨਾਂ ਦੀ ਕਾਮਯਾਬੀ ਉਹਨਾਂ ਦੀ ਸਰਕਾਰੀ ਕਾਰ 'ਚ ਸਰਕਾਰੀ ਤੇਲ ਹੈ, ਤੇ ਤੁਸੀਂ ਜਾਣੋ। ਹਾਂ ਨਿਆਣੇ ਪਹਿਲਾਂ ਹੀ ਕਾਮਯਾਬ ਨੇ। ਚਲੋ ਇਹ ਆਪਾਂ ਹੋਰ ਪਾਸੇ ਜਾ ਵੜੇ ਗੱਲ ਨੂੰ। ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਵਕਤ ਅਵੇਅਰਨੈਸ ਪੂਰੀ ਆ। ਇਸੇ ਕਰਕੇ ਹੁਣ ਦੇਖੋ ਪਹਿਲਾਂ ਕਾਂਗਰਸ ਵਾਲਿਆਂ ਕਿਹਾ, ਫਿਰ ਆਮ ਆਦਮੀ ਪਾਰਟੀ ਵਾਲਿਆਂ ਕਿਹਾ, ਤੇ ਹੁਣ ਅਕਾਲੀ ਦਲ ਵਾਲਿਆਂ ਵੀ ਕਹਿਤਾ ਵੀ ਨਾ ਕਿਸਾਨਾਂ ਦਾ ਸਾਨੂੰ ਬੜਾ ਦਰਦ ਹੈ ਭਾਈ ਸਾਹਿਬ, ਰੱਖੜ ਪੁੰਨਿਆ ਦੇ ਮੇਲੇ ਤੇ ਕੋਈ ਕਾਨਫਰੰਸ ਨਹੀਂ ਹੋਣੀ। ਹੁਣ ਮੈਨੂੰ ਨਹੀਂ ਸਮਝ ਆਈ ਵੀ ਕਿਸਾਨਾਂ ਦਾ ਦਰਦ ਹੈ ਜਾਂ ਫਿਰ ਜਿੱਥੇ ਕਿਤੇ ਜਾਂਦੇ ਆ ਤੇ ਕਿਸਾਨ ਦਰਦ ਦਿੰਦੇ ਆ ਤਾਂ ਕਰਕੇ ਕਹਿੰਦੇ ਛੱਡੋ ਖੜਾ ਯਾਰ, ਕੀ ਲੈਣਾ ਦੇਣਾ, ਮੁੜ ਕੇ ਐਵੇਂ ਉੱਥੇ ਜਾ ਜਾਂਦੀ ਹੋਊਗੀ। ਸ਼ੁਰੂ ਦੇ ਵਿੱਚ ਨਾ ਸਾਰੀਆਂ ਪਾਰਟੀਆਂ ਨੇ ਅੰਦਰ ਖਾਤੇ ਮਾੜੀਆਂ ਤਿਆਰੀਆਂ ਸ਼ੁਰੂ ਕੀਤੀਆਂ ਸੀ। ਕਿੰਨੀਆਂ ਹੀ ਧਿਰਾਂ ਦੇ ਲੀਡਰ ਉੱਥੇ ਗਏ ਸੀ ਕਿ ਥਾਂ ਦੇਖੀਏ, ਅਰਜ਼ੀ ਕਿੱਥੇ ਦਈਏ, ਇੱਥੇ ਇੱਕ ਟੈਂਟ ਲੱਗ ਜੂਗਾ, ਇੱਥੇ ਇੱਕ ਕਾਰਾਂ ਖੜ ਜਾਣਗੀਆਂ, ਲੀਡਰ ਸਾਹਿਬ ਇੱਧਰ ਦੀ ਪਿੱਛੋਂ ਦੀ ਆਉਣਗੇ। ਹੌਲੀ ਜਦੋਂ ਉਹਨਾਂ ਨੇ ਦੇਖਿਆ, ਕਾਂਗਰਸ ਪਾਰਟੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਬਣੇ ਫਰੀਦਕੋਟ ਤੋਂ ਗੋਇਲ ਸਾਹਿਬ, ਉਹ ਵੀ ਸਮਾਗਮ ਕਰਨ ਗਏ ਸੀ, ਉੱਥੇ ਵੀ ਕਿਸਾਨਾਂ ਨੇ ਵਿਰੋਧ ਕੀਤਾ। ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਾਕੀ ਪਾਰਟੀਆਂ ਦੇ ਹਾਲਾਤ ਵੀ ਇੱਦਾਂ ਹੀ ਆ। ਉਹਨਾਂ ਨੇ ਦੇਖਿਆ, ਉਹ ਕਹਿੰਦੇ ਹੁਣ ਕੋਈ ਗੱਲ ਨਹੀਂ, ਛੋਟੇ ਵਿਰੋਧ ਦਾ ਕੋਈ ਨਹੀਂ, ਇਹ ਖਰਚ ਕਰ ਲਈਏ, 2 ਦਿਨ ਪਹਿਲਾਂ ਟੈਂਟ ਲੱਗਣ ਲੱਗ ਜਾ ਤਾਂ ਸਾਡੇ ਟੈਂਟ ਦੇ ਥੱਲੇ ਆ ਕੇ ਪਹਿਲਾਂ ਹੀ ਹੋ ਗਿਆ। ਇਹ ਵੀ ਨਹੀਂ ਪਤਾ ਮੁੜ ਕੇ ਲੱਗੀ ਸਟੇਜ ਤੋਂ ਭਾਸ਼ਣ ਉਹ ਦਿੰਦੇ ਹੁਣ। ਹਰਿਆਣੇ ਵਾਲੇ ਜਦੋਂ ਹੋਇਆ ਸੀ ਇਦਾਂ ਹੀ। ਨਹੀਂ ਪਰ ਇਹ ਗੱਲ ਤਾਂ ਹੈਗੀ ਆ, ਪਰ ਇਹ ਸਾਰਾ ਕੁਝ ਜੋ ਉੱਥੋਂ ਵਾਲੇ ਬੰਦੇ ਦੱਸਦੇ ਉਹ ਤੇ ਇਹੋ ਦੱਸਦੇ ਵੀ ਜਦੋਂ ਉਹ ਗੱਡੀਆਂ ਘੁੰਮਦੀਆਂ ਸੀ ਨਾ, ਵੇਖਣ ਆਉਂਦੀਆਂ ਸੀ, ਉਦੋਂ ਲਾਗਲੇ ਬੰਦੇ ਉੱਥੇ ਜਿਹੜੇ ਹੁੰਦੇ ਨੇ ਉਹ ਆਖੇ ਓਏ ਨਾ ਪੰਗਾ ਲੈ ਲਿਓ, ਵੇਂਦੇ ਗਏ ਜੀ ਅੱਜ ਉਹ ਕਹਿੰਦਾ ਕੀ ਗੱਲ ਇੱਥੇ ਹੀ ਫਿਰਦੇ ਸੀ ਹਰੀ ਜੀ ਪੱਗ ਵਾਲੇ। ਵਾਹ ਇੰਨੀ ਗੱਲ ਤੋਂ ਪਤਾ ਲੱਗਦਾ ਵੀ ਹਰੀ ਪੱਗ ਵਾਲੇ ਕਿਹੜੇ ਆ। ਉਦੋਂ ਹੀ ਫੋਨ ਕਰਦਾ ਨਾ ਪ੍ਰਧਾਨ ਜੀ ਫਿਰ ਛੱਡੀਏ ਖੜਾ ਆਪਾਂ ਜਾਣਦੇ ਗੁੱਸੇ ਨੂੰ। ਕਹਿੰਦਾ ਫਿਰ ਕਵਾਂਗੇ ਕੀ ਕਹਿਣਾ, ਇਹੋ ਜੀ ਵੀ ਕਿਸਾਨਾਂ ਦਾ ਦਰਦ ਆ, ਨਾਲੇ ਕਰੋਨਾ ਆ, ਨਾਲੇ ਕਰੋਨਾ, ਦੋਨੋਂ ਚੀਜ਼ਾਂ ਸੂਤ ਹੋ ਗਈਆਂ। ਚਲੋ ਇਹ ਤੇ ਗੱਲਬਾਤ ਨਿਬੜ ਗਈ, ਪਰ ਇਹ ਸਾਰੇ ਕੁਝ ਆਪਾਂ ਜਿਹੜੀ ਅਗਲੀ ਗੱਲ ਕਰਨੀ ਆ ਉਹ ਕਿਹੜੀ ਕਰਨੀ? ਅਫਗਾਨਿਸਤਾਨ ਦੀ ਕਰਨੀ ਹੈ। ਐਡੀ ਦੂਰ ਲੈ ਜਾਓਗੇ ਯਾਰ? ਨਹੀਂ ਤਾਂ ਕਰਕੇ ਕਿਉਂਕਿ ਮੁੜ ਕੇ ਆਪਾਂ ਸਿੱਧੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਆਉਣਾ। ਅੱਛਾ ਚਲੋ ਇਦਾਂ ਕਰ ਲਓ। ਅਫਗਾਨਿਸਤਾਨ ਦੀ ਗੱਲ ਇਦਾਂ ਵੀ ਜਿਹੜਾ ਬੰਦਾ ਉੱਥੋਂ ਉੱਡਿਆ ਸੀ ਕਹਿੰਦੇ ਜਹਾਜ਼ ਭਰ ਕੇ ਨੋਟਾਂ ਦਾ, ਉਹ ਹੁਣ UAE 'ਚ ਬੋਲਿਆ। ਵਾਹ ਜੀ। ਕਹਿੰਦਾ ਵੀ ਮੈਂ ਸੈੱਟ ਆ, ਮੈਂ ਠੀਕ ਆ, ਮੈਂ ਨਾਲ ਆ, ਕੋਈ ਗੱਲ ਨਹੀਂ, ਤੁਸੀਂ ਪਰਵਾਹ ਨਾ ਕਰੋ, ਬਸ ਵੇਖਿਓ ਆਪਾਂ ਕਰ ਦੇਣਾ ਸਾਰਾ ਕੁਝ ਠੀਕ। ਸੰਧਾਲੀਆ ਸਾਹਿਬ ਵੈਸੇ ਉਹਦੇ ਅੰਦਾਜ਼ੇ ਬੜੇ ਲੱਗਦੇ ਸੀ ਕਿ ਉਹਨਾਂ ਦੀ ਇੱਕ ਜਿਹੜੀ ਪਤਨੀ ਹੈ ਉਹ ਕਿਸੇ ਹੋਰ ਦੇਸ਼ ਦੀ, ਉੱਥੇ ਚਲੇ ਗਏ, ਗੁਆਂਢੀਆਂ ਨੇ ਬੈਠਣ ਤੇ UAE ਦਾ ਜ਼ਿਕਰ ਨਹੀਂ ਸੀ ਆਉਂਦਾ। ਹੁਣ ਬੰਦਾ ਸਾਹਮਣੇ ਆਇਆ, 2-3 ਦਿਨ ਹੋ ਗਏ, ਕਹਿੰਦੇ ਆਪਣਿਆਂ ਨੂੰ ਇਹ ਮਾੜੀ ਗੱਲ ਆ, ਮੇਰੇ ਤੇ ਗਲਤ ਦੋਸ਼ ਲਾਉਂਦੇ ਆ ਕਿ ਮੈਂ ਨਹੀਂ ਪੈਸੇ ਪੂਏ ਲਿਆਇਆ ਉੱਥੋਂ। ਤਾਂ ਰੂਸ ਵਾਲੇ ਕਹਿੰਦੇ ਸੀ ਕਿ ਭਾਈ ਪੈਸੇ ਲੈ ਕੇ ਭੱਜ ਗਿਆ ਉੱਥੋਂ ਵੀ, 50 ਕਰੋੜ ਡਾਲਰ ਜਿਹੜੇ ਨੇ ਉਹ 에ਅਰਪੋਰਟ ਦੇ ਉੱਤੇ ਛੱਡ ਗਿਆ ਕਿਉਂਕਿ ਵਿੱਚ ਨਹੀਂ ਸੀ ਰੱਖੇ ਗਏ। ਫਿਰ ਕਹੀ ਜਾਂਦਾ ਕਿ ਮੈਂ ਖੂਨ ਖਰਾਬਾ ਨਹੀਂ ਸੀ ਚਾਹੁੰਦਾ। ਸੰਧਾਲੀਆ ਸਾਹਿਬ ਹੁਣ ਤਾਂ ਇੱਥੋਂ ਤੱਕ ਦੀਆਂ ਵੀ ਖਬਰਾਂ ਨੇ, USA ਨੇ ਖੁਦ ਇਹ ਗੱਲ ਉੱਥੋਂ ਦੇ ਰੱਖਿਆ ਮੰਤਰਾਲੇ ਦੇ ਅਧਿਕਾਰੀ ਨੇ ਤਸਲੀਮ ਕਰ ਲਈ, ਮੰਨ ਲਈ। ਉਹ ਕਹਿੰਦੇ ਜਿਹੜੇ ਅਸੀਂ ਵਧੀਆ ਜਿਹੇ ਹਥਿਆਰ ਰਾਸ਼ਟਰਪਤੀ ਦੇ ਅਧੀਨ ਅਫਗਾਨਿਸਤਾਨ ਦੀਆਂ ਫੌਜਾਂ ਨੂੰ ਦੇ ਕੇ ਆਏ ਸੀ ਕਿ ਤੁਸੀਂ ਮੁਕਾਬਲਾ ਕਰਿਓ, ਉਹ ਕਹਿੰਦੇ ਸਾਰੇ ਹੁਣ ਤਾਲਿਬਾਨ ਦੇ ਕੋਲ ਹੈ, ਕਿਉਂਕਿ ਗੋਲੀ ਤਾਂ ਚੱਲੀ ਨਹੀਂ, ਕਿਉਂਕਿ ਲੜਾਈ ਤਾਂ ਹੋਈ ਨਹੀਂ, ਉਹਨਾਂ ਨੇ ਹਥਿਆਰ ਪਹਿਲਾਂ ਹੀ ਸੌਂਪ ਦਿੱਤੇ ਆ। ਉਹ ਹੁਣ ਤੁਸੀਂ ਦੇਖੋ ਕਿ ਜਿਹੜੇ ਹਥਿਆਰ ਤਾਲਿਬਾਨ ਨੂੰ ਰੋਕਣ ਦੇ ਲਿੱਤੇ ਗਏ ਸੀ ਹੁਣ ਤਾਲਿਬਾਨ ਦੇ ਹੱਥਾਂ 'ਚ ਨੇ। ਤੇ ਉਹਦੇ ਤੋਂ ਇਲਾਵਾ ਹੁਣ ਇੱਕ ਜਿਹੜੀ ਸਮੱਸਿਆ ਆ ਰਹੀ ਹੈ, ਬਾਰ-ਬਾਰ ਇਦਾਂ ਦੇ ਬਿਆਨ ਆ ਰਹੇ ਕਿ ਸ਼ਰੀਅਤ ਦੇ ਮੁਤਾਬਕ ਹੀ ਸਾਰਾ ਕੁਝ ਹੋਊਗਾ। ਉਹ ਕਹਿੰਦੇ ਠੀਕ ਹੈ, ਹੁਣ 20 ਦੇਸ਼ 21 ਇਕੱਠੇ ਹੋ ਗਏ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਰਪ ਦੇ ਬਹੁਤ ਸਾਰੇ ਦੇਸ਼, ਉਹਨਾਂ ਨੇ ਇਕੱਠੇ ਹੋ ਕੇ ਕਿਹਾ, ਕਹਿੰਦੇ ਜੀ ਉਹ ਗੱਲ ਦੇਖੋ ਇੱਦਾਂ, ਅਸੀਂ ਤਾਲਿਬਾਨ ਵਾਲਿਆਂ ਨੂੰ ਕਹਿੰਦੇ ਆ ਕਿ ਤੁਸੀਂ ਔਰਤਾਂ ਨੂੰ ਕੰਮ ਕਰਨ ਦੀ, ਪੜ੍ਹਨ ਦੀ ਆਜ਼ਾਦੀ ਦਿਓ। ਜੇ ਤੁਸੀਂ ਇਹ ਕੰਮ ਕਰੋਗੇ, 20 ਸਾਲਾਂ 'ਚ ਇਹ ਕੰਮ ਹੁੰਦਾ ਰਿਹਾ, ਜੇ ਤਾਂ ਇਦਾਂ ਕਰੋਗੇ ਫਿਰ ਅਸੀਂ ਮਾੜਾ ਮੋਟਾ ਸਾਥ ਦੇਣ ਨੂੰ ਵੀ ਤਿਆਰ ਹਾਂ ਔਰਤਾਂ ਦੀ ਆਜ਼ਾਦੀ ਤੇ ਉਹਨਾਂ ਦੇ ਅਧਿਕਾਰਾਂ ਦੇ ਮੁੱਦੇ ਤੇ, ਨਹੀਂ ਤਾਂ ਫਿਰ ਔਖਾ। ਦੂਸਰੇ ਪਾਸੇ ਹਥਿਆਰ ਉਹਨਾਂ ਦੇ ਕੋਲ ਹੈ। ਤੀਸਰੇ ਪਾਸੇ ਹੁਣ ਇਹ ਪਤਾ ਲੱਗਾ ਕਿ ਇੱਕ ਪੰਜਸ਼ੀਰ ਨਾਂ ਦਾ ਉੱਥੇ ਸੂਬਾ, ਉਹਦੇ ਵਿੱਚ 500 ਪਿੰਡ ਨੇ, 7-8 ਜ਼ਿਲ੍ਹੇ ਨੇ, 2.25 ਲੱਖ ਦੀ ਆਬਾਦੀ ਹੈ।
ਉਹ ਇੱਕੋ ਇੱਕ ਜਿਹੜਾ ਸੂਬਾ ਅਫਗਾਨਿਸਤਾਨ ਦਾ ਇਦਾਂ ਦਾ ਰਹਿ ਗਿਆ, ਇਹਨੂੰ ਵਿਚਾਲੇ ਜਾਏ ਆ ਜਿੱਥੇ ਤਾਲਿਬਾਨ ਦਾ ਰਾਜ ਨਹੀਂ। ਉਪ ਰਾਸ਼ਟਰਪਤੀ ਦੇ ਬਾਰੇ ਵੀ ਪਤਾ ਲੱਗਿਆ ਕਿ ਉਹ ਵੀ ਉੱਥੇ ਚਲਾ ਗਿਆ ਅਸ਼ਰਫ ਗਨੀ ਤੋਂ ਬਾਅਦ, ਜਿਹੜਾ ਸੈਕੰਡ ਹੈਡ ਸੀ। ਉਹਨੇ ਕਹਿਤਾ ਕਿ ਰਾਸ਼ਟਰਪਤੀ ਗਲਤ ਹੈ, ਉਹਨੂੰ ਲਾ ਦਿਓ ਤੇ ਮੈਂ ਹੁਣ ਅਗਲਾ ਰਾਸ਼ਟਰਪਤੀ ਹਾਂ। ਫੋਟੋ ਉਹਦੀਆਂ ਲੱਗ ਗਈਆਂ ਕਈ ਅੰਬੈਸੀਆਂ 'ਚ। ਹੁਣ ਉਹਦੀ ਅਗਵਾਈ ਦੇ ਵਿੱਚ ਤੇ ਕੁਝ ਹੋਰ ਲੜਾਕੇ ਜਿਹੜੇ ਕਿ ਤਾਲਿਬਾਨ ਦੇ ਖਿਲਾਫ ਲੜਦੇ ਸੀ, ਉਹ ਅਮਰੀਕਾ ਦੇ ਵੀ ਖਿਲਾਫ ਲੜਦੇ ਸੀ, ਉਹ ਇਕੱਠੇ ਹੋਣੇ ਸ਼ੁਰੂ ਹੋ ਗਏ। ਹੁਣ ਉਸ ਸੂਬੇ ਦੇ ਉੱਤੇ ਬਾਕੀ ਸਾਰੇ ਪਾਸਿਆਂ ਤੋਂ ਤਾਲਿਬਾਨ ਵਾਲਿਆਂ ਨੇ ਹਮਲਾ ਸ਼ੁਰੂ ਕਰ ਦਿੱਤਾ। ਹੁਣ ਸੰਧਾਲੀਆ ਸਾਹਿਬ, ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਜਿਹੜੇ ਬਾਕੀ ਸਾਰੇ ਦੇਸ਼ ਖਿਲਾਫ ਨੇ ਤਾਲਿਬਾਨ ਦੇ, ਹੁਣ ਉਹਨਾਂ ਨੂੰ ਮਜ਼ਬੂਤ ਕਰਨਗੇ। ਜੇ ਉਹਨਾਂ ਨੂੰ ਮਜ਼ਬੂਤ ਕਰਨਗੇ ਤਾਂ ਕੀ ਤਾਲਿਬਾਨ ਹਾਰ ਜਾਊਗਾ? ਜੇ ਉਹਨਾਂ ਨੂੰ ਮਜ਼ਬੂਤ ਕਰਨਗੇ ਤਾਂ ਕੀ ਤਾਲਿਬਾਨ ਔਰਤਾਂ ਨੂੰ ਆਜ਼ਾਦੀ ਜਾਂ ਉਹਨਾਂ ਦੀ ਸੁਰੱਖਿਆ ਜਾਂ ਉਹਨਾਂ ਦੇ ਕੰਮ ਦੇ ਅਧਿਕਾਰ ਦੀ ਫਿਰ ਰਾਖੀ ਕਰੂ? ਇਹਦਾ ਮਤਲਬ ਹੈ ਕਿ ਅਜੇ ਵੀ ਆਪਾਂ ਇਹ ਨਹੀਂ ਮੰਨ ਸਕਦੇ ਕਿ ਭਾਈ ਇੱਕ ਧਿਰ ਦਾ ਉੱਥੇ ਰਾਜ ਹੋ ਗਿਆ ਤੇ ਕੰਮ ਸ਼ਾਂਤ ਹੋ ਜਾਊਗਾ, ਕੰਮ ਮਗ ਸਕਦਾ। ਯਾਨੀ ਕੰਮ ਤਾਂ ਮਗਣਾ ਹੀ ਆ। ਦੇਖੋ ਕਾਰਨ ਹੈ ਨਾ WhatsApp ਇੱਥੇ ਤੇ ਉਹ ਜਿਹਨੂੰ ਆਪਾਂ ਕਹਿੰਦੇ ਵੀ ਲੋਕਤੰਤਰ ਹੋਵੇ ਕਿਸੇ ਵੀ ਦੇਸ਼ 'ਚ ਲਾ ਲਓ ਵੀ ਵੋਟਾਂ ਪੈਣ ਦੀ ਗੱਲਬਾਤ ਚੱਲੇ। ਹੁਣ ਚਲੋ ਆਪਾਂ ਇੰਡੀਆ ਦਾ ਰੌਲਾ ਤਾਂ ਕਈ ਵਾਰਾਂ ਪਾਇਆ, ਅਮਰੀਕਾ 'ਚ ਕੀ ਬਣਿਆ ਸੀ ਵੋਟਾਂ ਵੇਲੇ? ਜੋ ਕੁਝ ਹੋਇਆ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਹੀ ਗਿਆ ਨਾ। ਹੁਣ ਜਿਹੜੇ ਦੇਸ਼ ਆਲਰੇਡੀ ਕਹਿੰਦੇ ਲੋਕਤੰਤਰ ਦੇ ਹਿਸਾਬ ਨਾਲ ਚੱਲਦੇ ਸੀ, ਵੋਟਾਂ ਦੇ ਹਿਸਾਬ ਨਾਲ ਕਰਦੇ ਆ, ਉਹਦੇ 'ਚ ਵੀ ਉਹ ਇੱਕ ਦੂਜੇ ਦੇ ਦੋਸ਼ ਲਾਈ ਜਾਂਦੇ ਫਲਾਨਾ ਕਰਾ ਗਿਆ, ਫਲਾਨਾ ਕਰਾ ਗਿਆ। ਤੇ ਜਿਹੜਾ ਦੇਸ਼ ਤੁਸੀਂ ਆਪ ਦੇਖੋ ਵੀ ਹੈ ਹੀ ਹਥਿਆਰਾਂ ਦੇ ਨਾਲ ਕਬਜ਼ਾਇਆ ਹੋਵੇ, ਉੱਥੇ ਸਾਰਾ ਕੁਝ ਰਾਤੋਂ ਰਾਤ ਠੀਕ ਹੋ ਜੇ ਤੇ ਆਸ ਕਰਨੀ ਔਖੀ ਹੈ ਨਾ। ਨਹੀਂ, ਬਹੁਤ ਔਖੀ ਹੈ, ਮੁਸ਼ਕਲ ਹੈ। ਹੁਣ ਪਤਾ ਲੱਗਿਆ ਸੀ, ਅਜੇ ਅਧਿਕਾਰਕ ਤੌਰ ਤੇ ਪੁਸ਼ਟੀ ਕਦੋਂ ਹੁੰਦੀ ਆ ਕਿ 5-6 ਔਰਤਾਂ ਨੇ ਉਹ ਲਗਾਤਾਰ ਖੜੀਆਂ ਆ, ਉਹ ਕਹਿੰਦੇ ਆ ਕਿ ਭਾਈ ਸਾਨੂੰ ਅਧਿਕਾਰ ਦਿਓ। ਦੂਜੇ ਪਾਸੇ ਇਹ ਪਤਾ ਲੱਗ ਰਿਹਾ ਕਿ ਇੱਕ ਸੂਬੇ ਦੀ ਗਵਰਨਰ ਬੀਬੀ ਸੀ, ਉਹਨੂੰ ਹਿਰਾਸਤ 'ਚ ਲੈ ਲਿਆ ਗਿਆ। ਜਿਹੜੀ ਬੀਬੀ ਉੱਥੇ ਖਬਰਾਂ ਪੜ੍ਹਦੀ ਸੀ ਚੈਨਲ ਦੇ ਉੱਤੇ, ਉਹਨੂੰ ਕਹਿ ਦਿੱਤਾ ਗਿਆ ਭਾਈ ਬੀਬੀ ਤੂੰ ਨਹੀਂ ਪੜ੍ਹ ਸਕਦੀ, ਹੁਣ ਬੰਦੇ ਹੀ ਖਬਰਾਂ ਪੜ੍ਹਨਗੇ। ਇਹਨਾਂ ਦੇ ਵਿੱਚੋਂ ਕਿੰਨੀਆਂ ਚੀਜ਼ਾਂ ਸੱਚ ਨੇ ਕਿੰਨੀਆਂ ਨਹੀਂ ਇਹ ਤਾਂ ਪਤਾ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਅਜੇ ਵੀ ਕਾਬਲ ਦੇ ਹਵਾਈ ਅੱਡੇ ਤੇ ਅਮਰੀਕੀ ਫੌਜਾਂ ਦਾ ਕਬਜ਼ਾ। ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ ਜਿਹੜੇ ਅਜੇ ਉੱਥੇ ਥੋੜ੍ਹੀ ਗਿਣਤੀ 'ਚ ਫਸੇ ਆ, ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ। ਪਰ ਸਮਾਂ ਇਹ ਦੱਸਦਾ ਕਿ ਅਜੇ ਕੰਮ ਖਰਾਬ ਹੋ ਸਕਦਾ, ਅਜੇ ਖੂਨ ਖਰਾਬੇ ਦੀ ਸ਼ੱਕ ਤੋਂ ਅਸੀਂ ਭਰੇ ਨਹੀਂ ਜਾ ਸਕਦੇ। ਨਹੀਂ, ਇਹ ਤਾਂ ਹੈਗੀ ਹੈ। ਇੱਕ ਉਹ ਵੀ ਤੇ ਖਬਰ ਨਾ ਦੇਖੋ ਅਮਰੀਕਾ ਤੋਂ ਕਿੱਡੀ ਮਾੜੀ ਆਈ। ਹੁਣ ਜਿਹੜਾ ਉਹ ਕਹਿੰਦੇ ਸੀ ਵੀ ਉਹ ਜਹਾਜ਼ ਆ ਜਿਹਦੇ ਤੇ ਉਹ ਲੋਕ ਉੱਡ ਕੇ ਗਏ ਸੀ, ਜਾਂ ਜਿਹਦੇ ਬਾਰੇ ਕਹਿੰਦੇ ਸੀ ਵੀ ਉਹਦੇ 'ਚੋਂ ਜਹਾਜ਼ 'ਚੋਂ ਬੰਦੇ ਡਿੱਗੇ ਹੈ ਨਾ। ਹੁਣ ਕਹਿੰਦੇ ਜਹਾਜ਼ ਦੇ ਜਦੋਂ ਜਾ ਕੇ ਉੱਥੇ ਚੈੱਕਅਪ ਕੀਤਾ ਤੇ ਜਹਾਜ਼ ਦੇ ਜਿਹੜੇ ਟਾਇਰ ਆ ਉਹਦੇ 'ਚੋਂ ਮਨੁੱਖੀ ਹੱਡੀਆਂ ਤੇ ਮਾਸ ਮਿਲਿਆ ਹੈ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਉਹ ਜਹਾਜ਼ ਦੇ ਟਾਇਰਾਂ 'ਚ ਕੋਈ 2-4 ਤੱਕ ਕੁਚਲੇ ਹੀ ਗਏ, ਜਿਹੜੇ ਕੋਈ ਡਿੱਗ ਪਏ। ਹੁਣ ਜੇ ਆਪਾਂ ਇਹੋ ਜਿਹੇ ਹਾਲਾਤ ਦੇਖਦੇ ਹਾਂ ਤੇ ਆਪਾਂ ਆਪ ਸਮਝ ਸਕਦੇ ਵੀ ਦਹਿਸ਼ਤ ਕਿੰਨੀ ਹੋਊਗੀ ਹੈ ਨਾ। ਉਹਨੂੰ ਕਲੀਅਰ ਹੀ ਦਿਖ ਰਿਹਾ ਵੀ ਆਹ ਜਿਹੜਾ ਟਾਇਰ ਆ ਇੱਥੇ ਆਉਣਾ ਵੀਰ, ਤੇ ਇੱਥੇ ਮੇਰਾ ਮਤਲਬ ਪਤਾ ਨਹੀਂ ਵੀ 2-4 ਇੰਚ ਮੇਰੇ ਬਚਣ 'ਚ ਹੋਣ ਨਾ ਬਚਣ 'ਚ ਹੋਣ। ਚਲੋ ਨਹੀਂ ਬਚ ਸਕਿਆ ਵਿਚਾਰਾ, ਪਰ ਕਾਰਨ ਇਹ ਆ ਵੀ ਉਹਨੂੰ ਇਹ ਦਿਸਦਾ ਹੋਊਗਾ ਵੀ ਮਰਨਾ ਇੱਥੇ ਵੀ ਆ, ਤੇ ਮੈਂ ਜੇ ਇੱਥੇ ਪਹੁੰਚ ਗਿਆ ਤੇ ਪਹੁੰਚ ਗਿਆ, ਜੇ ਗਿਆ ਤੇ ਗਿਆ। ਆਖਰੀ ਕੋਸ਼ਿਸ਼ ਉਹਨੇ ਕੀਤੀ ਬੰਦੇ ਨੇ ਆਪਣੇ ਵੱਲੋਂ ਕਿ ਭਾਈ ਜੇ ਮੈਂ ਇੱਥੇ ਰਹਿ ਗਿਆ ਤਾਂ ਮੇਰਾ ਔਖਾ, ਪਰ ਬਚਿਆ ਉੱਥੇ ਵੀ ਨਾ ਬਚਿਆ ਉੱਥੇ ਜੀ। ਅੱਛਾ, ਆਪਾਂ ਹੁਣ ਪੰਜਾਬ ਆਈਏ ਫਿਰ। ਆ ਜਾਓ। ਪੰਜਾਬ ਆਣ ਕੇ ਆਪਾਂ ਇਦਾਂ ਕਰਦੇ ਹਾਂ ਵੀ ਇੱਕ ਤੇ ਦੇਖੋ ਸਤੰਬਰ ਦੇ ਪਹਿਲੇ ਹਫ਼ਤੇ ਕਹਿੰਦੇ ਵਿਧਾਨ ਸਭਾ ਸੈਸ਼ਨ ਸੱਦ ਲੈਣਾ, ਉੱਥੇ ਵੀ ਜਿਹੜੀ ਹਨੇਰੀ ਆਉਣੀ ਹੈ ਨਾ, ਓਏ ਹੋਏ 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 ਬਾਰੀਆਂ ਬੰਦ ਕਰਨੀਆਂ ਪੈਣੀਆਂ ਕਹਿੰਦੇ। ਸੰਧਾਲੀਆ ਸਾਹਿਬ ਦੇਖੋ, ਉਹਦਾ ਇੱਕ ਪ੍ਰੋਟੋਕਾਲ ਹੈ ਕਿ ਇੰਨੇ ਮਹੀਨਿਆਂ ਦੇ ਵਿੱਚ ਸੈਸ਼ਨ ਸੱਦਣਾ ਜ਼ਰੂਰੀ ਆ, ਤੇ ਉਹ 9 ਤਰੀਕ ਆਖਰੀ ਦਿਨ ਆ, ਉਹਦੇ ਤੋਂ ਪਹਿਲਾਂ ਸ਼ੁਰੂ ਕਰਨਾ ਪੈਣਾ। ਤੇ 3, 4, 5 ਸਤੰਬਰ ਜਦੋਂ ਮਰਜ਼ੀ ਸ਼ੁਰੂ ਹੋ ਸਕਦਾ, ਤੇ 26 ਤਰੀਕ ਨੂੰ ਜਿਹੜੀ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਤਰੀਕਾਂ ਦਾ ਫੈਸਲਾ ਹੋ ਜੂ। ਪਰ ਇਹਦਾ ਮਤਲਬ ਕੀ ਹੈ ਕਿ ਸਿਰਫ 12, 13, 14 ਦਿਨ ਰਹਿ ਗਏ, ਤੇ 14 ਦਿਨਾਂ ਦੇ ਬਾਅਦ ਕੋਈ ਵੀ ਬੰਦਾ ਇਹ ਸੋਚ ਸਕਦਾ ਜੇ ਸੈਸ਼ਨ ਕਿਹੜਾ ਪਹਿਲੀ ਵਾਰੀ ਹੋਣਾ ਜੀ। ਵਿਧਾਨ ਸਭਾ ਦੇ ਸੈਸ਼ਨ ਤਾਂ ਹੁੰਦੇ ਹੀ ਆ 3 ਦਿਨ, 4 ਦਿਨ, 5 ਦਿਨ, 6 ਦਿਨ, ਪਰ ਐਤਕੀ ਇਹ ਬਹੁਤ ਵੱਖਰਾ ਸੈਸ਼ਨ ਹੋਣਾ। ਕਿਉਂਕਿ ਇੱਕ ਪਾਸੇ ਕਾਂਗਰਸ ਪਾਰਟੀ ਦੀ ਸਰਕਾਰ ਹੈ, ਵਿਰੋਧੀ ਧਿਰਾਂ ਨੇ, ਪਰ ਕਦੇ ਵੀ ਅੰਦਰੋਂ ਐਡੀ ਵੱਡੀ ਚੁਣੌਤੀ ਨਹੀਂ ਸੀ। ਨਵਜੋਤ ਸਿੰਘ ਸਿੱਧੂ ਤੇ ਹੋਰ ਕਈ ਬੰਦੇ ਕਈ ਵਾਰੀ ਕਹਿ ਚੁੱਕੇ ਆ ਕਿ ਭਾਈ ਵਿਧਾਨ ਸਭਾ ਦੇ ਸੈਸ਼ਨ 'ਚ ਬਿਜਲੀ ਸਮਝੌਤੇ ਰੱਦ ਕਰਾਂਗੇ, ਤੇ ਜਦੋਂ ਦੇ ਉਹ ਪ੍ਰਧਾਨ ਬਣਿਆ ਇਹ ਪਹਿਲਾ ਸੈਸ਼ਨ ਹੈ। ਸਟੇਜ ਦੇ ਉੱਤੇ ਗੱਲਾਂ ਕਰਨੀਆਂ ਉਹ ਵੱਖਰੀ ਗੱਲ ਹੈ, ਪਰ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਤੇ ਮਤਾ ਲਿਆਉਣਾ ਵੱਖਰੀ ਗੱਲ ਹੈ। ਸਰਕਾਰ ਕਰ ਦੇਵੇ, ਨਹੀਂ ਤਾਂ MLA ਕਰਨਗੇ। MLA ਕੰਮ ਕਰਦੇ ਆ ਵਿਧਾਨ ਸਭਾ 'ਚ, ਵਿਧਾਨ ਸਭਾ ਦਾ ਸੈਸ਼ਨ ਆ ਰਿਹਾ। ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਵੀ ਕਿਹਾ ਸੀ ਕਿ ਰੱਦ ਚਾਹੀਦੇ ਆ। ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੱਲ੍ਹ ਹੀ ਕਿਹਾ ਨਾ ਕਿ ਸਾਡੀ ਸਰਕਾਰ ਵਾਲਿਆਂ ਤੋਂ ਰੱਦ ਕਰ ਦਿਆਂਗੇ। ਹੁਣ ਉਸ ਮੁੱਦੇ ਦੇ ਉੱਤੇ ਕੀ ਹੋਊਗਾ? ਤੇ ਸਭ ਤੋਂ ਵੱਡੀ ਗੱਲ ਨਸ਼ਿਆਂ ਦੇ ਮੁੱਦੇ ਦੇ ਉੱਤੇ ਜਿਹੜਾ ਰੌਲਾ ਰੱਪਾ ਪੈਣਾ ਕਿ ਭਾਈ ਰਿਪੋਰਟਾਂ ਖੁੱਲ੍ਹਣੀਆਂ ਚਾਹੀਦੀਆਂ ਕਿ ਨਹੀਂ, ਕਿਉਂਕਿ ਉਸ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ 27 ਅਗਸਤ ਵਾਲੀ ਸੁਣਵਾਈ ਹੋ ਚੁੱਕੀ ਹੋਣੀ ਹੈ। ਫਾਈਲਾਂ ਖੁੱਲਣਗੀਆਂ ਕਿ ਨਹੀਂ ਖੁੱਲਣਗੀਆਂ, ਉਹ ਸਾਰੀਆਂ ਗੱਲਾਂ ਫਿਰ ਉਦੋਂ ਪਤਾ ਲੱਗਣੀਆਂ। ਪਰ ਇਹ ਵਿਧਾਨ ਸਭਾ ਦਾ ਸੈਸ਼ਨ ਕਾਂਗਰਸ ਪਾਰਟੀ ਦੇ ਅੰਦਰੂਨੀ ਤਾਣੇ ਬਾਣੇ ਨੂੰ ਕਲੀਅਰ ਜ਼ਰੂਰ ਕਰੂਗਾ। ਸ਼ਾਇਦ ਇਸੇ ਕਰਕੇ 2 ਦਿਨਾਂ ਦੇ ਲਈ ਰਾਵਤ ਸਾਹਿਬ ਆ ਰਹੇ ਆ। ਨਹੀਂ, ਰਾਵਤ ਸਾਹਿਬ ਆ ਰਹੇ ਆ, ਵਧੀਆ ਗੱਲ ਆ। ਪਰ ਇਹਦੇ 'ਚ ਜੋ ਹੁਣ ਤੱਕ ਦੀ ਜਾਪਦੀ ਹੈ ਸਿਚੁਏਸ਼ਨ, ਉਹ ਇਹ ਹੋ ਸਕਦਾ ਵੀ
ਇੱਕ ਤੁਹਾਨੂੰ ਯਾਦ ਹੋਣਾ ਚਿੱਠੀ ਭੇਜੀ ਸੀ ਜੀ, 18 ਨੁਕਤੇ ਉੱਧਰੋਂ ਆਏ ਸੀ, 18 ਚੋਂ ਫਿਰ ਵੀ 5 ਪੁਣ ਕੇ ਐਂ ਘੜ ਕੇ ਛਾਣ ਕੇ ਉਹ ਨਵੇਂ ਬਣੇ ਪ੍ਰਧਾਨ ਸਾਹਿਬ ਨੇ ਸੀਐਮ ਸਾਹਿਬ ਨੂੰ ਭੇਜੇ ਸੀ ਵੀ ਆਹ ਪਹਿਲਾਂ 5 ਨੁਕਤੇ ਆ ਜੀ, ਇਹਨਾਂ ਦਾ ਮਸਲਾ ਹੱਲ ਕਰ ਲਈਏ। ਹੁਣ ਗੱਲ ਇਹ ਹੈ ਵੀ ਉਹਨਾਂ 5 ਨੁਕਤਿਆਂ ਦੀ ਗੱਲ ਉਹ ਸਟੇਜ ਤੋਂ ਵੀ ਕਰਦੇ ਰਹੇ ਆ, 5 ਮਸਲੇ ਚਿੱਠੀ ਵੀ ਜਾ ਚੁੱਕੀ ਹੈ ਤੇ ਪਿਛਲੇ ਦਿਨੀ ਸ਼ਕਤੀ ਪ੍ਰਦਰਸ਼ਨ ਦੇ ਹਿਸਾਬ ਨਾਲ ਵੀ ਕਲੀਅਰ ਕਰ ਚੁੱਕੇ ਹੋ ਵੀ ਭਾਈ ਸਾਹਿਬ ਇਹ ਜਿਹੜੇ ਮੁੱਦੇ ਨੇ ਇਹਨਾਂ ਦੇ ਉੱਪਰ ਐਮਐਲਏ ਸਾਹਿਬਾਨ ਇਦਾਂ ਚਾਹੁੰਦੇ ਆ। ਹੁਣ ਮੋਸਟਲੀ ਵੇਖਿਆ ਜਾਵੇ ਤੇ ਉਹ ਮੁੱਦੇ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਵੀ ਕਹਿੰਦੇ ਨਹੀਂ ਜੀ ਨਹੀਂ ਇਹ ਹੋਣਾ ਚਾਹੀਦਾ। ਹੁਣ ਜੇ ਮੰਨ ਲਓ ਵੀ ਉੱਥੇ ਕੋਈ ਮਸਲਾ ਮਤੇ ਦੇ ਰੂਪ ਦੇ ਵਿੱਚ ਵੀ ਆਉਂਦਾ ਵੀ ਇੱਧਰੋਂ ਨਹੀਂ ਆਉਂਦਾ ਤੇ ਅਸੀਂ ਇੱਧਰੋਂ ਲੈ ਆਉਂਦੇ ਹਾਂ, ਤੇ ਜਿਹੜੀ ਇਸ ਵਕਤ ਉਹ ਧਿਰ ਆ ਜਿਹੜੀ ਕਿ ਸਿੱਧੂ ਸਾਹਿਬ ਨੂੰ ਕਹਿੰਦੀ ਪ੍ਰਧਾਨ ਹੈ ਜਾਂ ਇਹਨਾਂ ਦਾ ਬਹੁਮਤ ਹੈ, ਉਹਦੇ ਨਾਲ ਜੇ ਦੂਜੀਆਂ ਵਿਰੋਧੀ ਪਾਰਟੀਆਂ ਵਾਲੇ ਵੀ ਨਾਲ ਰਲ ਗਏ, ਹੋ ਸਕਦਾ ਵੀ ਕਿਸੇ ਮੁੱਦੇ ਦੇ ਉੱਪਰ ਅਕਾਲੀ ਦਲ ਰਲ ਜੇ, ਕਿਸੇ ਮੁੱਦੇ ਤੇ ਆਮ ਆਦਮੀ ਪਾਰਟੀ ਵਾਲੇ ਰਲ ਜਾਣ, ਤੇ ਫਿਰ ਇਹ ਨਾ ਹੋਵੇ ਵੀ ਸਿਚੁਏਸ਼ਨ ਇਹ ਬਣ ਜੇ ਵੀ ਭਾਈ ਸਾਹਿਬ ਮਤੇ ਜਿਹੜੇ ਆਉਣੇ ਤੇ ਸਰਕਾਰ ਵਾਲੇ ਪਾਸਿਓਂ ਚਾਹੀਦੇ ਸੀ ਉਹ ਸਰਕਾਰ ਦੇ ਵਿੱਚੋਂ ਹੀ ਹੋਰ ਬੰਦੇ ਲਿਆ ਰਹੇ ਨੇ ਤੇ ਸਪੋਰਟ ਵਿਰੋਧੀ ਕਰ ਰਹੇ ਨੇ ਤੇ ਰੌਲਾ ਉੱਥੇ ਹੀ ਪੈ ਜਾਵੇ। ਸੰਧਾਲੀਆ ਸਾਹਿਬ ਇਹੀ ਸਭ ਤੋਂ ਵੱਡੀ ਦੁਚਿੱਤੀ ਵਾਲੀ ਸਥਿਤੀ ਹੈ। ਮੈਨੂੰ ਲੱਗਦਾ ਕਿ ਆਹ ਜਿੰਨੇ ਵੀ ਨੁਕਤੇ ਨੇ, ਜਿਨ੍ਹਾਂ ਨੁਕਤਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਕਸੂਤੀ ਬਣ ਸਕਦੀ ਹੈ ਆਪਣੇ ਥੋੜੇ ਸਮਰਥਕਾਂ ਦੇ ਨਾਲ, ਹੋ ਸਕਦਾ 26 ਦੀ ਕੈਬਨਿਟ ਮੀਟਿੰਗ ਦੇ ਵਿੱਚ ਉਹ ਪਹਿਲੇ ਫੈਸਲਾ ਕੋਈ ਨਾ ਕੋਈ ਲੈ ਲੈਣ। ਜੇ ਤਾਂ ਲੈ ਲੈਣਗੇ ਫਿਰ ਹੋ ਸਕਦਾ ਕਿ ਲੋਈ ਲਪੇਟੀ ਰਹਿ ਜਾਵੇ, ਨਹੀਂ ਤਾਂ ਔਖਾ ਹੋ ਜੂ। ਨਵਜੋਤ ਸਿੰਘ ਸਿੱਧੂ ਦੇ ਬਾਬਤ ਆਮ ਆਦਮੀ ਪਾਰਟੀ ਹਰ ਚੌਥੇ ਦਿਨ ਪ੍ਰੈਸ ਕਾਨਫਰੰਸ ਕਰਦੀ ਹੈ, ਸਿੱਧੂ ਸਾਹਿਬ ਸੱਤਾ ਚੋਂ ਤੁਹਾਡੀ ਪਾਰਟੀ ਦੀ ਸਰਕਾਰ ਹੈ, ਗੱਲਾਂ ਨਾ ਕਰੋ, ਵਿਰੋਧੀ ਤੇ ਵਾਂਗੂ ਵਿਵਹਾਰ ਨਾ ਕਰੋ, ਇੱਦਾਂ ਨਾ ਆਖੋ ਕਿ ਸਾਡੀ ਸਰਕਾਰ ਹੋਈ ਤਾਂ ਕਰਾਂਗੇ, ਤੁਹਾਡੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਪ੍ਰੈਸ਼ਰ ਤਾਂ ਹੈਗਾ ਇਸ ਗੱਲ ਦਾ, ਕੁਝ ਕਰਕੇ ਦਿਖਾਉਣ ਦਾ ਵੇਲਾ, ਤੇ ਕਰਕੇ ਦਿਖਾਉਣ ਦੇ ਲਈ ਵਿਧਾਨ ਸਭਾ ਦਾ ਸੈਸ਼ਨ ਜ਼ਰੂਰੀ ਹੈ ਤੇ ਸੈਸ਼ਨ ਆ ਗਿਆ। ਜੇ ਤਾਂ ਕੈਪਟਨ ਸਾਹਿਬ 26 ਦੀ ਕੈਬਨਿਟ ਮੀਟਿੰਗ ਦੇ ਵਿੱਚ ਕੋਈ ਫੈਸਲੇ ਲੈ ਗਏ ਫਿਰ ਤਾਂ ਹੋ ਸਕਦਾ ਕਿ ਥੋੜਾ ਆਸਾਨੀ ਦੇ ਨਾਲ ਕੰਮ ਲੰਘ ਜਾਏ, ਨਹੀਂ ਤਾਂ ਮੰਨ ਲਓ ਬਿਜਲੀ ਦਾ ਮੁੱਦਾ, ਬਿਜਲੀ ਦੇ ਮੁੱਦੇ ਦੇ ਉੱਤੇ ਕੋਈ ਵਿਧਾਇਕ ਨਵਜੋਤ ਸਿੰਘ ਸਿੱਧੂ ਦਾ ਸਮਰਥਕ ਹੀ ਸਹੀ, ਉਹ ਕਹਿੰਦਾ ਕਿ ਭਾਈ ਆਪਾਂ ਸਮਝੌਤਿਆਂ 'ਚ ਇਸ ਤਰੀਕੇ ਸੋਧ ਕਰਨੀ ਆ ਜਾਂ ਰੱਦ ਕਰਨੀ ਆ, ਕਿਉਂਕਿ ਉਹਨਾਂ ਨੇ ਵੀ ਕਾਨੂੰਨੀ ਮਾਹਿਰਾਂ ਦੀ ਸਲਾਹ ਤਾਂ ਲਈ ਹੋਈ ਹੋਣੀ ਨਾ, ਇਹ ਥੋੜੀ ਆ ਕਿ ਭਾਈ ਸੁੱਤੇ ਉੱਠ ਕੇ ਜਾ ਕੇ ਕਹਿ ਦੇਣਾ। ਕਾਂਗਰਸ ਪਾਰਟੀ ਦਾ ਕਿਹੜਾ ਐਮਐਲਏ ਹੈ, ਚਾਹੇ ਉਹ ਕੈਪਟਨ ਧੜੇ 'ਚ ਚਾਹੇ ਸਿੱਧੂ ਸਾਹਿਬ ਦੇ ਧੜੇ 'ਚ, ਜਿਹੜਾ ਕਹੂਗਾ ਨਹੀਂ ਜੀ ਇਹ ਗਲਤ ਹੈ ਅਸੀਂ ਰੱਖਣੇ ਆ ਇਦਾਂ ਹੀ ਰੱਖਣੇ ਆ, ਤਦੇ ਤੇ ਕਹਿੰਦਾ ਵਿਰੋਧੀ ਵੀ ਨਹੀਂ ਨਾ ਕਰ ਸਕਦਾ, ਵਿਰੋਧੀ ਵੀ ਨਹੀਂ, ਕੋਈ ਵੀ ਨਹੀਂ ਨਾ ਕਰ ਸਕਦਾ, ਇੱਕ ਬੰਦਾ ਵੀ ਨਹੀਂ ਨਾ ਕਰ ਸਕਦਾ। ਹਾਂ ਇਦਾਂ ਕਹਿ ਸਕਦੇ ਆ ਜਦੋਂ ਭਗਵੰਤ ਮਾਨ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਹੈਗੇ ਅਸੀਂ ਇਸ ਮੁੱਦੇ ਦੇ ਉੱਤੇ ਨਾਲ ਆ, ਪਰ ਜੇ ਤੁਸੀਂ ਇਸ ਤਰੀਕੇ ਕਰ ਲੈਂਦੇ ਤਾਂ ਜ਼ਿਆਦਾ ਚੰਗਾ ਹੁੰਦਾ। ਵੱਧ ਤੋਂ ਵੱਧ ਜੇ ਸ਼ਬਦ ਵਿੱਚ ਵਰਤੀ ਜਾ ਸਕਦੀ ਹੈ। ਇਸ ਕਰਕੇ ਹੁਣ ਤਾਂ ਮਸਲਾ ਇਹੀ ਹੈ ਕਿ ਪਹਿਲ ਕਦਮੀ 26 ਦੀ ਕੈਬਨਿਟ ਮੀਟਿੰਗ ਦੇ ਵਿੱਚ ਹੋ ਜਾਂਦੀ ਹੈ ਜਾਂ ਫਿਰ 3, 4 ਜਾਂ 5 ਸਤੰਬਰ ਨੂੰ ਚੱਲਣ ਵਾਲੇ ਸੰਭਾਵੀ ਵਿਧਾਨ ਸਭਾ ਦੇ ਸੈਸ਼ਨ 'ਚ ਹੁੰਦੀ ਹੈ। ਬਸ ਉਹ ਕੁੱਲ ਮਿਲਾ ਕੇ ਜਿਹੜਾ ਸਤੰਬਰ ਦਾ ਪਹਿਲਾ ਹਫਤਾ ਉਹ ਇਸ ਵਕਤ ਗ੍ਰਹਿ ਚਾਲ ਦੱਸਦੀ ਹੈ ਵੀ ਕਾਫੀ ਭਾਰੀ ਹੈ। ਹਾਂ ਸਿਆਸੀ ਡਾਂਗਾਂ ਉਬਲਣੀਆਂ ਰੱਖੀਆਂ ਹੋਈਆਂ ਨੇ। ਸੋ ਕਹਿੰਦੇ ਵੀ ਕਾਲੇ ਮਾਹਾਂ ਦੀ ਦਾਲ ਤੁਸੀਂ ਹਨੇਰੇ ਜੇ ਕਾਲੀ ਮੱਸਿਆ ਨੂੰ ਲਿਜਾ ਕੇ ਕਾਲੀ ਗਾਂ ਨੂੰ ਚਾਰ ਦੇਣੀ, ਨਾਲ ਵਿੱਚ ਸੰਧੂਰ ਉੱਥੇ ਖਿਲਾਰ ਦੇਣਾ ਹੀ। ਖੈਰ ਇਹ ਚਲੋ ਆਪਾਂ ਟੂਣੇ ਦੀ ਗੱਲ ਚਲਾ ਲਈ। ਤੇ ਇੱਕ ਦੇਖੋ ਕਿੰਨੀ ਮਾੜੀ ਖਬਰ ਪੰਜਾਬ ਤੋਂ ਆਈ, ਤਲਵੰਡੀ ਸਾਬੋ ਲਾਗੇ ਪਿੰਡ ਉਹ ਜਿਹੜਾ ਮਿਰਜਿਆਣਾ ਵੀ ਅਜੇ ਵੀ ਮੂੰਹ ਖੁਰ ਦੀ ਬਿਮਾਰੀ ਮਨਾਉਣ ਤੇ ਮੇਰੇ ਖਿਆਲ ਨਾਲ ਜਿਹੜਾ ਉਹ ਡਾਕਟਰ ਦੇ ਨਾਲ 3 ਚੌਥੇ ਨੰਬਰ ਵਾਲਾ ਕੰਪਾਊਂਡਰ ਹੁੰਦਾ ਉਹਨੂੰ ਵੀ ਪਤਾ, ਹੋਰ ਛੱਡੋ ਮੈਡੀਕਲ ਸਟੋਰ ਵਾਲਾ ਵੀ ਦੱਸਦਾ ਵੀ ਅੱਛਾ ਯਾਰ ਇਹ ਫਲਾਨਾ ਨੁਕਸਾ ਉਹਦਾ ਕਰਕੇ ਆਪਾਂ ਆਹ ਦਵਾਈ ਦੇ ਦਿੰਦੇ। ਪਰ ਅਜੇ ਵੀ ਦੇਖੋ ਵੀ ਉਹ ਚਰਚਾ ਚੱਲਦੀ ਵੀ ਉਹ ਡੰਗਰ ਮਰਨ ਡਿਆ ਵੀ ਕੀ ਕਰੀਏ, ਕਿਸੇ ਸਿਆਣੇ ਕੋਲ ਚਲੀਏ। ਹੁਣ ਕਹਿੰਦੇ ਵੀ ਉਹ ਪਿੰਡ 'ਚ ਸਿਆਣੇ ਕਿਸੇ ਨੇ ਮਲੇਰਕੋਟਲੇ ਵਾਲੇ ਨੇ ਦੱਸਤਾ ਵੀ ਭਾਈ ਸਾਹਿਬ ਆਹ ਕੰਮ ਤੁਸੀਂ ਕਰਨਾ ਵੀ ਇੱਥੇ ਤੁਸੀਂ ਆਹ ਧਾਗਾ ਬੰਨਣਾ, ਉਹਦੇ ਥੱਲੇ ਦੀ ਡੰਗਰ ਕੱਢਣੇ ਆ, ਬੱਤੀ ਕੋਈ ਜਗਾਉਣੀ ਨਹੀਂ, ਬੂਹੇ ਤੁਸੀਂ ਖੁੱਲ੍ਹੇ ਰੱਖ ਲਿਓ, ਜੇ ਕਰੋਗੇ ਫਿਰ ਤੁਹਾਡਾ ਪਿੰਡ ਬਾਜੂ ਨਹੀਂ ਤੇ ਔਖਾ। ਹੁਣ ਮੈਂ ਹੈਰਾਨ ਆ ਵੀ ਆਪਾਂ ਇੱਕ ਪਾਸੇ ਤੇ ਕਹਿੰਦੇ ਆ ਭਾਈ ਸਾਹਿਬ ਉਹ ਮੰਗਲ ਗ੍ਰਹਿ ਤੱਕ ਜਾਣਾ, ਤੇ ਦੂਜੇ ਪਾਸੇ ਆਪਾਂ ਨੂੰ ਡੰਗਰ ਦੇ ਖੁਰਾਂ ਦਾ ਕਰਕੇ ਆਪਾਂ ਨੂੰ ਸਿਆਣੇ ਦੇ ਹਿਸਾਬ ਨਾਲ ਹਨੇਰੇ ਬੱਤੀ ਉਹ ਨਾ ਬੱਤੀ ਨਾ ਜਗਾ ਦਿਓ ਓਏ, ਡੰਗਰ ਨਹੀਂ ਕਾਇਮ ਹੋਣੇ। ਇਹ ਕਿੱਧਰ ਜਾ ਖੜੇ ਆਪਾਂ? ਸੰਧਾਲੀਆ ਸਾਹਿਬ ਜਦੋਂ ਤੁਸੀਂ ਕਿਹਾ ਨਾ ਕਿ ਸਿਆਣੇ ਨੇ ਦੱਸਿਆ, ਇਹਦਾ ਮਤਲਬ ਕੀ ਹੈ ਕਿ ਲੋਕ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਣੇ ਤੋਂ ਵੱਧ ਅਕਲਮੰਦ ਸਮਝਦੇ ਆ ਕਿ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਉਹਨੂੰ ਪਤਾ। ਹਾਂ ਉਹ ਸਿਆਣਪ ਉਹਨਾਂ ਨੂੰ ਸਰਕਾਰ 'ਚ ਨਹੀਂ ਲੱਗੀ, ਉਹ ਸਿਆਣਪ ਉਹਨਾਂ ਨੂੰ ਅਫਸਰਸ਼ਾਹੀ 'ਚ ਨਹੀਂ ਲੱਗੀ, ਉਹ ਸਿਆਣਪ ਉਹਨਾਂ ਨੂੰ ਸਿਸਟਮ 'ਚ ਨਹੀਂ ਲੱਗੀ। ਇਹ ਬਹੁਤ ਵੱਡਾ ਮਸਲਾ। ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਐਜੂਕੇਸ਼ਨ ਦੇ ਵਿੱਚ ਸਕੂਲੀ ਸਿੱਖਿਆ 'ਚ ਨੰਬਰ 1 ਹੋ ਗਏ ਹਾਂ, ਜਦੋਂ ਅਸੀਂ ਕਹਿੰਦੇ ਪੰਜਾਬ ਦੇ ਲੋਕ ਬਹੁਤ ਸਿਆਣੇ, ਤੁਸੀਂ ਇੰਨੇ ਸਿਆਣੇ ਹੋ, ਤੁਹਾਨੂੰ ਪਤਾ ਕਿਹਨੇ ਗਲਤ ਕੀਤਾ ਅਸੀਂ ਠੀਕ ਕੀਤਾ, ਵੋਟਾਂ ਤੁਸੀਂ ਸਾਨੂੰ ਪਾਉਣੀਆਂ। ਜਦੋਂ ਅਸੀਂ ਕਹਿੰਦੇ ਆ ਕਿ ਓਲੰਪਿਕ ਦੇ ਵਿੱਚ ਦੇਖੋ ਅਸੀਂ ਕਿੰਨਾ ਚੰਗਾ ਪ੍ਰਦਰਸ਼ਨ ਕੀਤਾ, ਜਦੋਂ ਅਸੀਂ ਕਹਿੰਦੇ ਆ ਕਿ ਪੰਜਾਬ ਲੀਡ ਕਰਦਾ ਹੈ, ਜੇ ਲੋਕ ਕਿਸੇ ਅੰਧ ਵਿਸ਼ਵਾਸ 'ਚ ਫਸੇ ਹੋ ਆ ਜਾਂ ਸਾਇੰਟੀਫਿਕ ਤੌਰ ਤੇ ਵਿਗਿਆਨਕ ਤੌਰ ਦੇ ਉੱਤੇ ਆਹ ਸਾਰਾ ਕੁਝ ਕਿਵੇਂ ਵਾਪਰ ਰਿਹਾ, ਜੇ ਉਹਦੇ ਉੱਤੇ ਉਹਨਾਂ ਦਾ ਯਕੀਨ ਤੇ ਵਿਸ਼ਵਾਸ ਘੱਟ ਹੈ ਤਾਂ ਉੱਥੇ ਡਿਊਟੀ ਕਿਹਦੀ ਹੈ? ਡਿਊਟੀ ਸਰਕਾਰ ਦੀ ਹੈ। ਅੱਜ ਜੇ 100 ਦਿਨਾਂ ਦੇ ਵਿੱਚ 700 ਸਮਾਗਮ ਅਕਾਲੀਆਂ ਨੇ ਕਰਨੇ ਆ, ਆਮ ਆਦਮੀ ਪਾਰਟੀ ਰੋਜ਼ 2-3 ਵਿਧਾਨ ਸਭਾ ਹਲਕਿਆਂ 'ਚੋਂ ਬੰਦੇ ਸ਼ਾਮਲ ਕਰਦੀ ਹੈ, ਕਾਂਗਰਸ ਪਾਰਟੀ ਵੱਲੋਂ ਕੈਪਟਨ ਸਾਹਿਬ ਵੀ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਵੀ ਪੂਰੀ ਰਫ਼ਤਾਰ ਨਾਲ ਦੌੜੇ ਆ, ਬਹੁਜਨ ਸਮਾਜ ਪਾਰਟੀ ਅੱਡ ਸਰਗਰਮ ਹੈ।
ਜੇ ਇਹਨਾਂ ਸਾਰੇ ਮੁੱਦਿਆਂ ਦੇ ਲਈ ਪਲੈਨਿੰਗ ਹੈਗੀ ਆ, ਯੋਜਨਾ ਹੈਗੀ ਆ, ਸਾਧਨ ਹੈਗੇ ਆ, ਟੈਂਟ ਹੈਗਾ, ਸਾਊਂਡ ਹੈਗਾ, 127 ਪੰਨਿਆਂ ਦੀਆਂ ਕਿਤਾਬਾਂ ਛਪ ਰਹੀਆਂ, ਭਾਜਪਾ ਵਾਲੇ 10 ਲੱਖ ਪੈਂਫਲੇਟ ਛਾਪ ਰਹੇ ਆ, ਕਾਂਗਰਸ ਪਾਰਟੀ ਵਾਲੇ ਆਪਣਾ ਗੁਣਗਾਨ ਕਰ ਰਹੇ ਆ, ਤਾਂ ਫਿਰ ਸੰਧਾਲੀਆ ਸਾਹਿਬ ਇੱਥੇ ਡਿਊਟੀ ਕਿਹਦੀ ਹੈ? ਮੈਂ ਕਹਿੰਦਾ ਕਿ ਪੂਰੀ ਤਰ੍ਹਾਂ ਫੇਲ ਹੈ ਸਿਸਟਮ। ਫਿਰ ਪਸ਼ੂ ਪਾਲਣ ਵਿਭਾਗ ਦੇ ਕੋ ਮੰਤਰੀ ਹੋਣਗੇ, ਥੱਲੇ ਸੈਕਟਰੀ ਹੋਣਗੇ, ਉਹਨਾਂ ਦਾ ਸਾਰੇ ਦਾ ਸਾਰਾ ਅਮਲਾ ਫੈਲਾ ਹੋਏਗਾ, ਜਿਹੜੇ ਕਿ ਤਨਖਾਹਾਂ ਲੈਂਦੀਆਂ ਹੋਣਗੇ ਮੋਟੀਆਂ, ਉਹਨਾਂ ਦੇ ਦਫ਼ਤਰਾਂ ਦੇ ਬਿੱਲ ਬੱਤੀਆਂ ਜਾਂਦੇ ਹੋਣਗੇ ਸਰਕਾਰੀ ਖਜ਼ਾਨੇ 'ਚੋਂ, ਜਿਹੜਾ ਲੋਕਾਂ ਦੇ ਟੈਕਸ ਦੇ ਪੈਸੇ ਨਾ ਭਰਦਾ। ਜੇ ਉਸ ਸਿਆਣੇ ਤੱਕ ਲੋਕ ਪਹੁੰਚ ਸਕਦੇ ਆ, ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਅੱਜ ਤੱਕ ਯਕੀਨ ਹੀ ਨਹੀਂ ਦਵਾ ਸਕੇ ਕਿ ਭਾਈ ਜੇ ਤੁਹਾਡੇ ਪਸ਼ੂਆਂ ਨੂੰ ਕੋਈ ਸਮੱਸਿਆ ਹੁੰਦੀ ਹੈ ਸਾਡੇ ਕੋਲੇ ਆਇਓ। ਕੀ ਕੋਈ ਹੈਲਪਲਾਈਨ ਨੰਬਰ ਹੈ ਨਹੀਂ? ਉਹ ਕਿਸੇ ਵੀ ਪੰਜਾਬ ਦੇ ਪਿੰਡ ਦੇ ਲੋਕਾਂ ਨੂੰ ਪਸ਼ੂਆਂ ਦੀ ਕੋਈ ਸਮੱਸਿਆ ਆ ਜਾਏ, ਤੁਸੀਂ ਦੱਸੋ ਕਿ ਉਹ ਸੰਪਰਕ ਕਿੱਥੇ ਕਰਨ? ਕੀ ਫੌਰੀ ਤੌਰ ਦੇ ਉੱਤੇ ਕਾਰਵਾਈ ਕਰਦੇ ਹੋ? ਸਰਕਾਰੀ ਡਿਸਪੈਂਸਰੀਆਂ ਜਿਹੜੀਆਂ ਪਸ਼ੂ ਡਿਸਪੈਂਸਰੀਆਂ, ਉੱਥੇ ਡਾਕਟਰ ਕਿੰਨਾ ਚਿਰ ਰਹਿੰਦੇ ਆ? ਜਾਣੀ ਕਿੰਨੇ ਕੁ ਡਾਕਟਰ ਅਸੀਂ ਭਰਤੀ ਕੀਤੇ ਆ? ਕੀ ਉੱਥੇ 8 ਘੰਟੇ 10 ਘੰਟੇ 12 ਘੰਟੇ ਡਾਕਟਰ ਹੈਗੇ ਆ ਜਿਨ੍ਹਾਂ ਤੋਂ ਪੁੱਛਗਿੱਛ ਕਰ ਸਕਣ? ਤੇ ਸਭ ਤੋਂ ਵੱਡੀ ਗੱਲ, ਇਹ ਜਿਹੜੇ ਬੰਦੇ ਸਿਆਸਤਦਾਨ ਲੋਕਾਂ 'ਚ ਆ ਰਹੇ ਨੇ, ਕਦੇ ਕਹਿੰਦੇ ਜੀ ਤੂੰ ਸਾਡੀ ਪਾਰਟੀ 'ਚ ਆ ਜਾ, ਉਹਦੀ ਪਾਰਟੀ 'ਚ ਆ ਜਾ, ਇਹਦਾ ਮਤਲਬ ਹੈ ਕਿ ਨਾ ਤੁਸੀਂ ਚੱਜ ਦੀ ਐਜੂਕੇਸ਼ਨ ਦੇ ਸਕੇ, ਨਾ ਤੁਸੀਂ ਚੱਜ ਨਾਲ ਗੁਰਬਾਣੀ ਦੇ ਮੁਤਾਬਕ ਚੱਲ ਸਕੇ। ਵੋਟਾਂ ਕਿੱਦਾਂ ਲੈਂਦੇ ਆ? ਵੋਟਾਂ ਸਾਰੇ ਹਵਾਲੇ ਦੇ ਕੇ ਲੈਂਦੇ ਆ। ਤੇ ਪਰ ਜਿਹੜੇ ਅੰਧ ਵਿਸ਼ਵਾਸ ਤੋਂ ਬਚਾਇਆ ਸੀ ਲੋਕ, ਉਹਦੇ ਵਿੱਚ ਫਸੇ ਹੋ। ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੰਮ ਦੀ ਲੋੜ ਹੈਗੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੋਚੇ। ਯਾਨੀ ਅਸਲ 'ਚ ਤੇ ਮੇਰੇ ਖਿਆਲ ਨਾਲ ਸਭ ਤੋਂ ਪਹਿਲਾਂ ਤਾਂ ਸੋਚਣਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ। ਸਭ ਤੋਂ ਪਹਿਲਾਂ ਤੇ ਮੇਰੇ ਖਿਆਲ ਨਾਲ ਇਸ ਮਸਲੇ ਨੂੰ ਜਥੇਦਾਰ ਸਾਹਿਬ ਨੂੰ ਵੇਖਣਾ ਚਾਹੀਦਾ, ਕਿਉਂਕਿ ਤਲਵੰਡੀ ਸਾਬੋ ਦੇ ਲਾਗੇ ਪਿੰਡ ਆ ਤੇ ਉੱਥੋਂ ਦੇ ਉਹ ਅਸਲੀ ਜਥੇਦਾਰ ਵੀ ਨੇ, ਹਾਲਾਂਕਿ ਅਕਾਲ ਤਖਤ ਸਾਹਿਬ ਦੇ ਤੇ ਕਾਰਜਕਾਰੀ ਨੇ। ਵੀ ਦੇਖੋ, ਅੰਧ ਵਿਸ਼ਵਾਸ ਨਾਲ ਰਿਲੇਟਡ ਜੇ ਕੋਈ ਅਨਾਊਂਸਮੈਂਟ ਹੋਣੀ ਤਾਂ ਉਹ ਗੁਰਦੁਆਰਾ ਸਾਹਿਬ 'ਚ ਹੋਵੇ। ਪਹਿਲੀ ਗੱਲ ਤੇ ਹੈ ਵੀ ਜੇ ਅਨਾਊਂਸਮੈਂਟ ਕੀਤੀ ਤੇ ਵੀ ਤੇ ਭਾਈ ਜੀ ਹੋਣਗੇ, ਗੁਰਬਾਣੀ ਬਾਰੇ ਉਹਨਾਂ ਨੂੰ ਵੀ ਗਿਆਨ ਹੋਊਗਾ। ਮੈਂ ਨਾ ਫਿਰ ਵੀ ਸਦਕੇ ਜਾਈਏ ਉਸ ਪਰਿਵਾਰ ਦੇ, ਜਿਹੜਾ ਗੁਰਮੁਖ ਪਰਿਵਾਰ ਸੀਗਾ ਜਿਹੜਾ ਡਟਿਆ, ਉਹ ਕਹਿੰਦੇ ਵੀ ਤੁਸੀਂ ਕਰੀਓ, ਮੈਂ ਹੀ ਨਹੀਂ ਕਰਦੇ ਕੰਮ। ਤੇ ਉੱਤੋਂ ਪਿੰਡ ਵਾਲੇ ਦੇਖੋ, ਏਕੇ ਦੀ ਗੱਲ ਮੈਨੂੰ ਸਮਝ ਨਹੀਂ ਆਈ ਕਿ ਚੰਗੇ ਕੰਮ ਤੇ ਆਪਾਂ ਏਕਾ ਘੱਟ ਵੇਨੇ ਆ। ਉਹ ਕਹਿੰਦੇ ਵੀ ਆਪਾਂ ਬਾਈਕਾਟ ਕਰਤਾ ਭਾਈ, ਇਹ ਸਾਡੇ ਆਖੇ ਲੱਗਦੇ। ਇਹ ਕਹਿੰਦੇ ਅਸੀਂ ਗੁਰਬਾਣੀ ਨੂੰ ਮੰਨਣਾ, ਸਾਡੇ ਹਿਸਾਬ ਨਾਲ ਸਿਆਣੇ ਦੇ ਹਿਸਾਬ ਨਾਲ ਧਾਗੇ ਥੱਲੋਂ ਦੀ ਮੱਝਾਂ ਨਹੀਂ ਕੱਢਦੇ। ਤਾਂ ਕਮਾਲ ਹੋ ਗਈ। ਤੁਸੀਂ ਦੇਖੋ ਨਾ ਕਿੱਡੀ ਵੱਡੀ ਘਟਨਾ ਆ, ਕਿੰਨੀ ਦੇਰ ਚੇਤੇ ਰੱਖਣੀ ਚਾਹੀਦੀ। ਮੈਨੂੰ ਸੰਧਾਲੀਆ ਸਾਹਿਬ ਹੋਰ ਲੱਗਦਾ, ਅੱਜ ਜਦੋਂ ਪਿਛਲੇ ਸਮੇਂ ਦੇ ਵਿੱਚ ਕੋਵਿਡ ਦੀ ਗੱਲ ਚੱਲਦੀ ਸੀ ਨਾ, ਉਦੋਂ ਇੱਕ ਦਰਖਤ ਤੋਂ ਛਿੱਟੇ ਡਿੱਗਦੇ ਸੀ, ਲੋਕ ਥੱਲੇ ਜਾ ਕੇ ਖੜਦੇ ਸੀ। ਫਿਰ ਇੱਕ ਨਲਕੇ ਦੀ ਚਰਚਾ ਚੱਲਦੀ ਸੀ ਕਿ ਉਹ ਨਲਕੇ ਦਾ ਪਾਣੀ ਜਿਹੜਾ ਇੰਨਾ ਵਧੀਆ, ਸਾਰੀਆਂ ਬਿਮਾਰੀਆਂ ਹਟ ਜਾਂਦੀਆਂ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿਹੜੇ ਤੰਗ ਪਰੇਸ਼ਾਨ, ਰੋਜ਼ ਆ ਕੇ ਸਵੇਰੇ ਗੱਡੀਆਂ ਸਕੂਟਰ ਲੱਗ ਜਾਂਦੇ, ਲੰਘਣਾ ਔਖਾ ਹੋ ਜਾਂਦਾ, ਉਹਨਾਂ ਨੇ ਨਲਕੇ ਦਾ ਜਿਹੜਾ ਪਾਈਪ ਹੀ ਵਧਾਤਾ। ਲੋਕ ਵਿੱਚ ਕੱਪੜੇ ਸਿੱਟ ਕੇ ਲੰਮੇ, ਉਹਦੇ ਨਾਲ ਗਿੱਲਾ ਜਿਹਾ ਕਰ ਕਰਕੇ ਮਾੜਾ ਮੋਟਾ ਲਾਈ ਜਾਂਦੇ ਸੀ, ਮਾੜਾ ਮੋਟਾ ਚੱਟੀ ਜਾਂਦੇ ਸੀ ਕੱਪੜਾ। ਜੇ ਉਦੋਂ ਐਕਸ਼ਨ ਲਿਆ ਹੁੰਦਾ SGPC ਨੇ ਵੀ, ਸਰਕਾਰ ਨੇ ਵੀ, ਕਿ ਭਾਈ ਅੰਧ ਵਿਸ਼ਵਾਸ ਤੋਂ ਬਚਾਉਣਾ ਹੈ, ਤਾਂ ਫਿਰ ਸ਼ਾਇਦ ਆਹ ਘਟਨਾ ਨਹੀਂ ਸੀ ਘਟਣੀ। ਪਰ ਉਹ ਘਟ ਗਈ ਹੈ। ਅਜੇ ਵੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਪਹਿਚਾਨਣ। ਪਰ ਗੱਲ ਇਹ ਹੈ ਨਾ, ਜਥੇਦਾਰ ਸਾਹਿਬ ਵਿਚਾਰੇ ਕਿੱਧਰ ਹੋਣ ਯਾਰ, ਕਿਉਂਕਿ ਇੱਕ ਤੇ ਉਹ ਜਥੇਦਾਰ ਸਾਹਿਬ ਉਧਰਲੀ ਜਥੇਦਾਰੀ, ਫਿਰ ਇੱਧਰ ਕਾਰਜਕਾਰੀ ਜਥੇਦਾਰ, ਉਹਨਾਂ ਦੇ ਨਾਲ ਇੱਕ ਹੋਰ ਕਾਰਜਕਾਰੀ ਜਥੇਦਾਰ ਨੇ ਭਾਈ ਧਿਆਨ ਸਿੰਘ ਮਾਂਡੂਰੀ, ਉਹਨਾਂ 20 ਤਰੀਕ ਫੇਰ ਦਿੱਤੀ ਆ। ਉਹ ਕਹਿੰਦੇ ਭਾਈ ਸਾਹਿਬ ਇੱਦਾਂ ਕਿੱਦਾਂ, ਅਸੀਂ ਉਹ 5 ਬੰਦੇ ਤਲਬ ਕੀਤੇ, 5 ਹੀ ਸੀ ਨਾ ਬਣਦੇ ਟੋਟਲ, 3 MLA 2 ਮੰਤਰੀ ਜੀ। ਉਹਨਾਂ ਨੇ ਜੋ ਕੁਛ ਕਹਿੰਦੇ ਉੱਥੇ ਬਰਗਾੜੀ ਵਾਲੇ ਮੋਰਚੇ 'ਚ ਕੀਤਾ, ਤੇ ਉਸ ਜਿੱਦਾਂ ਮੁੱਕ ਰਿਹਾ, ਐਡੀ ਛੇਤੀ ਛੱਡਣੇ ਨਹੀਂ, ਉਹਨਾਂ ਨੂੰ ਹਾਜ਼ਰੀ ਲਵਾਉਣੀ ਪੈਣੀ। ਫਿਰ ਅਲਟੀਮੇਟਮ ਆ। ਹਾਂ, ਇੱਕ ਪਹਿਲੀ ਗੱਲ ਆਪਾਂ ਪਿਛਲੇ ਦਿਨਾਂ 'ਚ ਵੀ ਕੀਤੀ ਸੀ ਕਿ ਲੇਟ ਨਹੀਂ ਹੋ ਗਿਆ, ਕਿਉਂਕਿ ਬਰਗਾੜੀ ਵਾਲਾ ਮੋਰਚਾ ਚੱਕਿਆਂ ਤਾਂ ਬਹੁਤ ਚਿਰ ਹੋ ਗਿਆ। ਦੂਸਰੀ ਗੱਲ, ਚਲੋ ਲੇਟ ਦਾ ਵੀ ਕੋਈ ਨਹੀਂ। ਫਿਰ ਸੱਦੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਓ, ਤੇ ਉਹ 5 ਬੰਦੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹਰਮਿੰਦਰ ਸਿੰਘ ਗਿੱਲ ਸਾਹਿਬ, ਜੀਰਾ ਸਾਹਿਬ, ਤੇ ਦੂਜੇ ਪਾਸੇ ਕੁਸ਼ਲਦੀਪ ਸਿੰਘ, ਉਹ ਸਾਰੇ 5 ਬੰਦੇ ਆਏ ਨਹੀਂ, ਪਰ ਉਹਨਾਂ ਨੇ ਸਾਂਝੀ ਚਿੱਠੀ ਲਿਖੀ। ਉਹ ਕਹਿੰਦੇ ਜੀ ਦੇਖੋ, ਗੱਲ ਇਹ ਹੈ ਕਿ ਪਹਿਲੀ ਗੱਲ ਹੈ ਕਿ ਤੁਸੀਂ ਮੋਰਚੇ ਦਾ ਆਪਣੇ ਆਪ ਨੂੰ ਡਿਕਟੇਟਰ ਲਿਖਦੇ ਹੁੰਦੇ ਸੀਗੇ, ਬਹੁਤੀਆਂ ਜਥੇਬੰਦੀਆਂ ਨੇ ਇੱਕ ਜਥੇਦਾਰ ਦੇ ਰੂਪ ਦੇ ਵਿੱਚ ਤੁਹਾਨੂੰ ਅਜੇ ਪ੍ਰਵਾਨ ਨਹੀਂ ਕੀਤਾ। ਤੀਸਰੀ ਗੱਲ ਇਹ ਹੈ ਕਿ ਸਾਨੂੰ ਮੁੱਖ ਮੰਤਰੀ ਸਾਹਿਬ ਭੇਜਦੇ ਹੁੰਦੇ ਸੀ ਤੁਹਾਡੇ ਕੋਲੇ, ਅਸੀਂ ਉਹਨਾਂ ਦਾ ਸੁਨੇਹਾ ਲੈ ਕੇ ਆਉਂਦੇ ਸੀ, ਤੇ ਸਾਨੂੰ ਇਹ ਵੀ ਪਤਾ ਕਿ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਸਿੱਧੀ ਗੱਲ ਵੀ ਹੁੰਦੀ ਸੀ। ਇਸ ਕਰਕੇ ਤੁਸੀਂ ਕਿਤੇ ਹੋਰ ਮਿਲਣਾ, ਅਸੀਂ ਆ ਜਾਂਦੇ ਹਾਂ, ਗੱਲ ਤੁਹਾਡੇ ਕੋਲ ਰੱਖਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਫਿਰ ਤੁਹਾਡੇ ਸੱਦੇ ਦੇ ਉੱਤੇ ਤਾਂ ਆਉਣਾ ਔਖਾ ਹੈ। ਹੁਣ ਉਹਦੇ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਗੁਰੂ ਘਰ ਦੇ ਵਿੱਚ 17 ਤਰੀਕ ਰੱਖੀ ਸੀ ਕਿ ਆਓ, ਉਹ ਉੱਥੇ ਵੀ ਨਹੀਂ ਗਏ। ਫਿਰ ਕਹਿੰਦੇ ਕੋਈ ਗੱਲ ਨਹੀਂ, ਹੁਣ ਤਾਂ ਐਕਸ਼ਨ ਆਊਗਾ। 20 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ, ਜਾਣਾ ਉਹਨਾਂ ਹੈ ਨਹੀਂ। ਜਦੋਂ ਜਾਣਾ ਨਹੀਂ ਤਾਂ ਵੈਸੇ ਕਈ ਵਾਰ ਇਹ ਵੀ ਹੁੰਦਾ, ਤੁਸੀਂ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਸੱਦੋ ਤਾਂ ਤੁਹਾਨੂੰ ਆਪ ਨੂੰ ਨਾ ਪਤਾ ਹੋਵੇ ਕਿ ਭਾਈ ਤੁਹਾਨੂੰ ਉੱਥੇ ਬਹਿਣ ਦੇਣਗੇ ਕਿ ਨਹੀਂ ਬਹਿਣ ਦੇਣਗੇ। ਨਹੀਂ, ਮੈਨੂੰ ਹੋਰ ਸ਼ੱਕ ਜਾਪਦਾ। ਮੈਨੂੰ ਲੱਗਦਾ ਵੀ ਜਿਹੜੀ ਚਿੱਠੀ ਅੱਗੇ ਉਹਨਾਂ ਨੇ ਮਾਨ ਸਾਹਿਬ ਨੂੰ ਲਿਖੀ ਸੀ ਨਾ, ਹੁਣ ਦੂਜੇ ਜਥੇਦਾਰ ਸਾਹਿਬ ਲਿਖ ਦੇਣੀ ਹੈ। ਹੁਣ ਇਹ ਜਥੇਦਾਰ ਸਾਹਿਬ ਉਹ ਉੱਥੇ ਸਾਨੂੰ ਦੇਖੋ ਸੱਦ ਰਹੇ ਨੇ ਜੀ, ਉਹ ਮਰਿਆਦਾ ਦੇ ਹਿਸਾਬ ਨਾਲ ਬਣਦਾ ਨਹੀਂ ਆ। ਅਸੀਂ ਤੇ ਤੁਹਾਨੂੰ ਮਾਨਤਾ ਦਿੰਦੇ, ਹੁਣ ਤੁਸੀਂ ਦੱਸੋ ਜੀ ਉੱਥੇ ਆਈਏ ਵੀ ਹੁਣ ਅਸੀਂ ਤਾਂ ਫਸੇ ਫਿਰਦੇ ਆਂ ਗੱਪੇ। ਮੁੜ ਕੇ ਬਾਅਦ 'ਚ ਪਤਾ ਲੱਗੇ ਵੀ ਮਾਨ ਸਾਹਿਬ ਆਪ ਕਲੀਅਰ ਨਾ ਹੋਣ, ਵੀ ਮਹਾਰਾਜ ਹੁਣ ਮੈਂ ਪਹਿਲਾਂ ਇਹਨਾਂ ਨੂੰ ਪੁੱਛਾਂਗੇ, ਇੱਧਰ ਜਥੇਦਾਰ ਸਾਹਿਬ ਨੂੰ ਪੁੱਛਾਂ। ਵੈਸੇ ਮੈਨੂੰ ਇੱਕ ਗੱਲ ਇਹ ਵੀ ਲੱਗਦੀ ਸੀ ਵੀ ਠੀਕ ਹੈ,
ਜਿਨ੍ਹਾਂ ਬੰਦਿਆਂ ਨੇ ਉਹਦੇ ਤੋਂ ਬਾਅਦ ਜਿਹੜੇ ਉਸ ਮੋਰਚੇ ਦੇ ਵਿੱਚ ਨਾਲ ਬੈਠੇ ਸੀ, ਕਈ ਬੰਦੇ ਫਿਰ ਬਾਅਦ 'ਚ ਹੋਰ ਪਾਸੇ ਜਾ ਕੇ ਪ੍ਰਧਾਨ ਵੀ ਬਣੇ, ਹੋਰ ਵੀ ਕਈ ਪਾਸੇ ਸੀਗੇ, ਉਹਨਾਂ ਮੁੱਦਿਆਂ ਦੇ ਉੱਤੇ ਵੀ ਜੇ ਕਿਤੇ ਇੰਨੀ ਸਖਤੀ ਦੇ ਨਾਲ ਸਪਸ਼ਟੀਕਰਨ ਕਲੈਰੀਫਿਕੇਸ਼ਨ ਦਿੱਤੀ ਹੁੰਦੀ ਤਾਂ ਸ਼ਾਇਦ ਸੰਗਤ ਦਾ ਯਕੀਨ ਤੇ ਵਿਸ਼ਵਾਸ ਅੱਜ ਵੀ ਹੋਣਾ ਸੀ। ਪਰ ਇੱਕ ਚੀਜ਼ ਹੈ ਦੁੱਖ ਨਾਲ ਜਿਹੜੀ ਕਹਿਣੀ ਬਣਦੀ ਹੈ ਬਾਠ ਸਾਹਿਬ ਕਿ ਇਹ ਜਿਹੜੀਆਂ ਰਵਾਇਤਾਂ ਸੀ ਨਾ ਜੀ, ਪੰਥ ਦੀਆਂ ਰੋਹ ਰੀਤਾਂ ਸੀ, ਇਹ ਜਿਸ ਹਿਸਾਬ ਨਾਲ ਜਿੱਧਰ ਨੂੰ ਇਸ ਵਕਤ ਜਾ ਰਹੀਆਂ ਉੱਤੇ ਸਿਰ ਜੋੜ ਕੇ ਬਹਿਣ ਦੀ ਲੋੜ ਤਾਂ ਹੈਗੀ। ਕਿੱਥੇ ਇੱਕ ਹੁਕਮਨਾਮਾ ਆਉਣਾ ਤੇ ਅਗਲੇ ਨੇ ਨੰਗੇ ਪੈਰੀਂ ਹੱਥ ਜੋੜ ਕੇ ਸਾਹਮਣੇ ਪੇਸ਼ ਹੋਣਾ ਵੀ ਹਾਂਜੀ ਹੁਕਮ ਲੱਗਾ, ਤੇ ਅੱਜ ਦੀ ਡੇਟ ਦੇ ਵਿੱਚ ਇਹ ਹੁਕਮਨਾਮੇ ਇਹ ਉਸ ਤੋਂ ਬਾਅਦ ਦੀਆਂ ਅਗਲੇ ਪਾਸਿਓਂ ਜਵਾਬ ਚਿੱਠੀਆਂ ਇਹ ਮੀਡੀਆ 'ਚ ਡਿਸਕਸ ਹੋਣ ਡੇ ਚੀਜ਼ਾਂ ਜੀ, ਤੇ ਉਹ ਵੀ ਮਤਲਬ ਉੱਥੇ ਵੀ ਬੰਦੇ ਨੂੰ ਅਫਸੋਸ ਹੁੰਦਾ ਵੀ ਯਾਰ ਕਿੱਧਰ ਨੂੰ ਤੁਰ ਪਏ। ਇੱਥੋਂ ਹੀ ਸੰਗਤ ਦਾ ਯਕੀਨ ਤੇ ਵਿਸ਼ਵਾਸ ਘਟਿਆ। ਫਿਰ ਭੜਕ ਨੂੰ ਕਿਸੇ ਡੇਰੇ ਦੇ ਖਿਲਾਫ ਫਤਵਾ ਜਾਣਾ, ਕਿਸੇ ਹੋਰ ਦੇ ਖਿਲਾਫ। ਪਹਿਲੀ ਗੱਲ ਹੈ ਕਿ ਮਾਹੌਲ ਕਿਉਂ ਪੈਦਾ ਹੋ ਰਿਹਾ, ਯਕੀਨ ਕਿਉਂ ਘਟ ਰਿਹਾ, ਕਿਸੇ ਹੋਰ ਨੂੰ ਕੰਧ ਟੱਪ ਕੇ ਘਰ ਦੇ ਅੰਦਰ ਵੜਨ ਦਾ ਮੌਕਾ ਕਿਉਂ ਮਿਲ ਰਿਹਾ। ਤੁਸੀਂ ਦੇਖੋ ਨਾ ਕਿ ਇੱਕ ਤੋਂ ਬਾਅਦ ਇੱਕ ਕੀ ਸਮੱਸਿਆ ਆ ਰਹੀ। ਇੱਕ ਤਾਂ ਇਹ ਸਮੱਸਿਆਵਾਂ ਨੇ, ਦੂਸਰਾ ਜਿਹੜੀ ਉੱਥੇ ਉਸਾਰੀ ਕੀਤੀ ਜਾ ਰਹੀ ਸੀ ਜੋੜਾ ਘਰ ਦੀ ਕੁਛ ਹੋਰ, ਉਹਦੇ 'ਚੋਂ ਜਿਹੜੀ ਇੱਕ ਪੁਰਾਣੀ ਇਮਾਰਤ ਨਿਕਲੀ ਹੈ ਉਸ ਮੁੱਦੇ ਤੇ ਕਿੱਡਾ ਰੌਲਾ ਪਿਆ। ਇਹਦੇ ਤੋਂ ਬਿਨਾਂ ਸਰਾਂ ਜਿਹੜੀ ਹੈ ਉਸ ਮੁੱਦੇ ਦੇ ਉੱਤੇ ਕਿੱਡੀ ਚਰਚਾ ਚੱਲੀ। ਕੋਈ ਗੱਲ ਤਾਂ ਹੋਵੇ ਨਾ ਜਿਹੜੀ ਬਿਨਾਂ ਵਿਵਾਦ ਤੋਂ ਨੇਪਰੇ ਚੜ ਜਾਏ, ਭਾਵੇਂ ਉਹ ਪਬਲੀਕੇਸ਼ਨ ਡਿਪਾਰਟਮੈਂਟ ਹੈ, ਕੰਸਟਰਕਸ਼ਨ ਡਿਪਾਰਟਮੈਂਟ ਹੈ, ਪ੍ਰਚਾਰ ਤੇ ਪ੍ਰਸਾਰ ਵਾਲਾ ਡਿਪਾਰਟਮੈਂਟ ਹੈ, ਕੁਛ ਵੀ ਲਾ ਲਓ, ਸਾਰੇ ਪਾਸੇ ਰੌਲਾ ਹੀ ਰੌਲਾ। ਉਹ ਰੌਲੇ ਤੋਂ ਬਾਹਰ ਨਿਕਲਣਾ ਸਮੇਂ ਦੀ ਲੋੜ ਹੈ। ਨਹੀਂ ਪਰ ਗੱਲ ਇਹ ਹੈ ਵੀ ਰੌਲੇ ਤੋਂ ਕੋਈ ਬਾਹਰ ਨਿਕਲੇ ਨਾ ਨਿਕਲੇ, ਪਰ ਇੱਕ ਬੰਦਾ ਕਹਿੰਦੇ ਜੇਲ੍ਹ ਤੋਂ ਬਾਹਰ ਨਹੀਂ ਨਿਕਲਦਾ ਹੁਣ। ਸਿਰਸੇ ਵਾਲੇ ਬਾਬੇ ਦੀ ਗੱਲ ਕਰਦਾ ਵੀ ਪਹਿਲਾਂ 2-3 ਕੇਸਾਂ ਦੇ ਵਿੱਚ ਜਿੰਨੀ ਕੁ ਸਜ਼ਾ ਜੱਜ ਸਾਹਿਬ ਨੇ ਸੁਣਾਤੀ ਹੈ, ਵੇਖੋ ਸਾਇੰਟੀਫਿਕ ਉਮਰ ਦੇ ਹਿਸਾਬ ਨਾਲ ਤੇ ਉਹ ਜਿਉਂਦੇ ਜੀ ਪੂਰੀ ਹੁੰਦੀ ਨਹੀਂ ਜਾਪਦੀ। ਉਧਰੋਂ ਹੁਣ ਜਿਹੜਾ ਤੀਸਰੀ ਕੇਸ ਦੇ ਵਿੱਚ ਗਾਂ ਸੁਣਵਾਈ ਹੋ ਕੇ ਤੇ ਜੱਜ ਸਾਹਿਬ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ ਤਾਂ ਮੈਨੇਜਰ ਸੀ ਰਣਜੀਤ ਸਿੰਘ ਦੇ ਮਾਮਲੇ 'ਚ ਸਜ਼ਾ ਹੋਈ, ਜਾਂ ਅੱਗੋਂ ਹੁਣ ਕੀ ਪਤਾ ਉਹ ਕੀ ਸੁਣਾਉਂਦੇ ਆ, ਉਹਨੇ ਮੈਨੂੰ ਜ਼ਿਆਦਾ ਨਵਾਂ ਪੌੜਾ ਪਾ ਦੇਣਾ। ਦੇਖੋ ਸਾਲ ਹੋ ਗਿਆ 4, 2017 ਦੇ ਅਗਸਤ ਮਹੀਨੇ ਦਾ ਅੰਦਰ ਹੈ ਗੁਰਮੀਤ ਰਾਮ ਰਹੀਮ 3-4 ਵਾਰੀ ਬਾਹਰ ਆਇਆ, ਉਹ ਵੀ ਘੰਟਿਆਂ ਲਈ। ਹੁਣ ਸਭ ਤੋਂ ਪਹਿਲਾਂ ਗਲਤ ਕਿਹਾ ਕਿਵੇਂ ਮੈਂ ਕਿਹਾ ਸਾਲ ਹੋ ਗਏ 4 ਨਹੀਂ, ਸਿਰਫ ਅਜੇ 4 ਹੀ ਸਾਲ ਹੋਏ ਸਜ਼ਾ ਦੇ ਹਿਸਾਬ ਨਾਲ ਵੇਖੋ ਤੁਸੀਂ। ਨਹੀਂ, ਜਿੰਨੀ ਵਾਰੀ ਉਹਨਾਂ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਉਹਦੇ ਹਿਸਾਬ ਨਾਲ ਉਹ ਕਹਿੰਦਾ ਸਾਲ ਹੋ ਗਿਆ 4, ਕੋਸ਼ਿਸ਼ਾਂ ਬੜੀਆਂ ਕੀਤੀਆਂ। ਹਾਂ ਇਹ ਤੇ ਹੈ। ਨਹੀਂ, ਨਾਲੇ ਜਿੰਨੀ ਸ਼ਕਤੀ ਹੈ, ਜਿੰਨੀ ਤਾਕਤ ਹੈ, ਉਦੋਂ ਵੀ ਤਾਂ ਕਈ ਕਹਿੰਦੇ ਨੇ ਚੀਨ ਵਾਲਿਆਂ ਨੇ ਬਹੁਤ ਤਬਾਹੀ ਕਰਨੀ ਸੀ, ਇਸ ਕਰਕੇ ਅੰਦਰ ਗਏ ਆ ਉਹ। ਹੁਣ ਆਪਣੇ ਆਪ ਨੂੰ ਬਚਾਉਣ ਦੇ ਲਈ ਕੀ ਕੁਛ ਕਰਦੇ ਉਹ ਬਾਅਦ ਦੀਆਂ ਗੱਲਾਂ। ਸੰਧਾਲੀਆ ਸਾਹਿਬ ਪਹਿਲਾਂ ਤਾਂ ਸੀ 2 ਸਾਧਵੀਆਂ ਦੇ ਨਾਲ ਧੱਕੇ ਦੀ ਗੱਲ, ਉਹਦੇ ਤੇ 20 ਸਾਲ ਦੀ ਕੈਦ। ਫਿਰ ਰਾਮਚੰਦਰ ਛਤਰਪਤੀ ਪੱਤਰਕਾਰ ਦਾ ਮਸਲਾ, ਉਹਦੇ 'ਚ ਉਮਰ ਕੈਦ। ਇਹ ਹੁਣ ਰਣਜੀਤ ਸਿੰਘ ਡੇਰੇ ਦਾ ਮੈਨੇਜਰ ਸੀ, ਜਿਹੜੀ ਚਿੱਠੀ ਤੋਂ ਸਾਰਾ ਪੁਆੜਾ ਗਿਆ ਤੇ ਜਿਹੜੀ ਚਿੱਠੀ ਰਾਮਚੰਦਰ ਛਤਰਪਤੀ ਦੇ ਉਸ ਅਖਬਾਰ 'ਚ ਛਪੀ ਸੀ, ਸਥਾਨਕ ਅਖਬਾਰ ਸੀ ਲੋਕਲ ਛੋਟਾ, ਪਰ ਉਸ ਮੀਡੀਆ ਵਾਲੇ ਬੰਦੇ ਦਾ ਜ਼ਮੀਰ ਨਹੀਂ ਸੀ ਵਿਕਿਆ, ਉਹ ਅਜੇ ਲੋਕਾਂ ਲਈ ਕੰਮ ਕਰਦਾ ਸੀ। ਹੁਣ ਉਹ ਚਿੱਠੀ ਦੇ ਬਾਬਤ ਗੁਰਮੀਤ ਰਾਮ ਰਹੀਮ ਦੇ ਬਾਰੇ ਕਿਹਾ ਜਾਂਦਾ ਕਿ ਉਹਨੂੰ ਜਾਂ ਉਹਦੇ ਨੇੜਲੇ ਬੰਦਿਆਂ ਨੂੰ ਸ਼ੱਕ ਸੀ ਕਿ ਭਾਈ ਇਹ ਉਸ ਮੈਨੇਜਰ ਦੀ ਭੈਣ ਨੇ ਲਿਖੀ ਹੈ ਜਾਂ ਇਹਨੇ ਉੱਤੋਂ ਲਿਖਾਈ ਹੈ। ਹਾਂ, ਵੀ ਪਰਿਵਾਰ ਦੇ ਵਿੱਚੋਂ ਲਾ ਲਓ ਜਾਂ ਰਿਸ਼ਤੇਦਾਰੀ ਚੋਂ ਲਾ ਲਓ। ਫਿਰ ਕਹਿੰਦੇ ਜੀ ਨੇੜਲੇ ਬੰਦੇ ਨੂੰ ਹੁਕਮ ਦਿੱਤਾ, ਕਿਉਂਕਿ ਤੁਸੀਂ ਕਈ ਵਾਰੀ ਇੱਕ ਸ਼ਖਸ ਦੇ ਨਾਲ ਗੱਲ ਕੀਤੀ ਹੈ ਜਿਹੜਾ ਉਹਨਾਂ ਦੇ ਨੇੜੇ ਰਹਿ ਸੀ, ਕਹਿੰਦੇ ਬਾਅਦ 'ਚ ਜਦੋਂ ਉਹਨੂੰ ਪਤਾ ਲੱਗ ਗਿਆ ਆ ਗਿਆ। ਉਹ ਵੀ ਕਈ ਵਾਰ ਕਹਿੰਦੇ ਹੁੰਦੇ ਆ। ਹੁਣ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਫੈਸਲਾ ਰਾਖਵਾਂ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਫੈਸਲਾ ਆ ਜਾਣਾ। ਸਾਨੂੰ ਨਹੀਂ ਪਤਾ ਫੈਸਲਾ ਕੀ ਹੋਣਾ, ਉਹਦੇ ਵਿੱਚ ਕਿਹਨੂੰ ਸਜ਼ਾ ਮਿਲਣੀ ਹੈ ਜਾਂ ਕਿਹਨੂੰ ਨਹੀਂ। ਪਰ ਜੇ ਕਿਤੇ ਗੁਰਮੀਤ ਰਾਮ ਰਹੀਮ ਤੀਜੇ ਕੇਸ ਵੀ ਟੰਗਿਆ ਗਿਆ, ਫਿਰ ਤਾਂ ਮੈਨੂੰ ਲੱਗਦਾ ਪਰੋਲ ਮਿਲਣੀ ਵੀ ਔਖੀ ਹੋ ਜਾ ਕਰਨੀ ਆ। ਆਹ ਇਹ ਤਾਂ ਹੁਣ ਮਹਾਰਾਜ ਜੀ ਜਾਣੇ ਭਾਈ ਸਾਹਿਬ। ਨਹੀਂ, ਮਹਾਰਾਜ ਜਾਣਨਗੇ, ਠੀਕ ਹੈ। ਆਹੋ, ਕਿਉਂਕਿ ਕਾਰਨ ਪਤਾ ਕੀ ਹੈ, ਦੇਖੋ ਇਹ ਜਿਸ ਹਿਸਾਬ ਨਾਲ ਜੋ ਕੁਝ ਚੱਲਦਾ ਪਿਛਲੇ ਦਿਨਾਂ ਦੇ ਵਿੱਚ ਵੀ ਜਿੰਨੀ ਸਖਤੀ ਸੀ ਤੇ ਉਸ ਸਖਤੀ ਦੇ ਬਾਵਜੂਦ ਵੀ ਉਹ ਚਿੱਠੀਆਂ ਕਿੱਧਰੋਂ ਕੀ ਲਿਖਦੇ ਰਹੇ ਤੇ ਉਸ ਤੋਂ ਬਾਅਦ ਚਿੱਠੀਆਂ ਦੇ ਉੱਪਰ ਕਿੱਥੇ ਕੀ ਕਾਰਵਾਈ ਹੁੰਦੀ ਰਹੀ ਤੇ ਬਾਅਦ ਚੈਂਡ ਤੇ ਪਤਾ ਲੱਗਾ ਵੀ ਯਾਰ ਜਿਹਨੂੰ ਪੁੱਛਦੇ ਜੀ ਇਹ ਕਿਸ ਹਿਸਾਬ ਨਾਲ ਪੈਰੋਲ ਮਿਲੀ, ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਉੱਤੋਂ ਪੁੱਛੋ, ਉਹ ਮੈਨੂੰ ਨਹੀਂ ਪਤਾ ਉੱਤੋਂ ਪੁੱਛੋ। ਮੈਨੂੰ ਲੱਗਦਾ ਵੀ ਐਂਡ ਤੇ ਫਿਰ ਉੱਪਰ ਵਾਲੀ ਗੱਲ ਰਹਿ ਜਾਂਦੀ ਵੀ ਤਦੇ ਮੈਂ ਕਿਹਾ ਵੀ ਉਹ ਫਿਰ ਮਹਾਰਾਜ ਜਾਣਦਾ ਹੁਣ ਵੀ ਕੀ ਹੋਣਾ। ਨਹੀਂ, ਕੀ ਹੋਣਾ ਇੱਦਾਂ ਹੀ ਸੁਮੇਧ ਸੈਣੀ ਹੋਣ ਵਾਲਾ ਮਸਲਾ ਵੀ ਨਾਲ ਲੱਗਦਾ ਵਿਚਾਰ ਲਈ ਹੈ ਨਾ, ਕਿਉਂਕਿ ਤੁਸੀਂ ਮੈਨੂੰ ਸੀਗਾ ਵੀ ਹਰਿਆਣਿਓ ਪੰਜਾਬ ਹੈ ਨਾ ਰਾਜ ਚੰਡੀਗੜ੍ਹ ਛੱਡਦੇ ਨਹੀਂ। ਨਹੀਂ, ਮੈਂ ਅਜੇ ਹਰਿਆਣੇ ਹੀ ਰਹਿਣਾ ਹੈ। ਅੱਛਾ, ਸੈਣੀ ਸਾਹਿਬ ਤੋਂ ਪਹਿਲਾਂ ਮੈਨੂੰ ਇਹ ਸੀ ਵੀ ਉਹਨਾਂ ਦਾ ਜ਼ਿਕਰ ਕਰ ਲਈਏ ਯਾਰ। ਦੇਖੋ ਗੱਲ ਨਾ ਕਰੀ ਉਹਨਾਂ ਦੀ, ਕਰੋ ਗੱਲ, ਕਿਉਂ ਨਹੀਂ ਕਰਦਾ। 10 ਸਾਲ ਬੰਦਾ ਅੰਦਰ ਰਹਿ ਗਿਆ, ਚਲੋ 10 ਸਾਲ ਦੇ ਵਿੱਚੋਂ 6 ਮਹੀਨੇ ਬਚ ਗਏ, 9.5 ਸਾਲ ਮਿਹਨਤੀ ਬੜੇ ਨੇ ਬਈ। ਹਾਂ, ਹੈਨਾ। ਹੁਣ ਹਰਿਆਣੇ ਦੇ ਮੁੱਖ ਮੰਤਰੀ ਰਹੇ ਨੇ ਚੌਟਾਲਾ ਸਾਹਿਬ, ਕਹਿੰਦੇ ਵੀ 2 ਸਾਲ ਪਹਿਲਾਂ ਮੈਂ 10ਵੀਂ ਦੇ ਪੇਪਰ ਦੇ ਲਏ, ਸੈੱਟ ਸੀ ਸਾਰਾ ਕੁਝ, ਬੜੀ ਖੁਸ਼ੀ ਪਰਿਵਾਰ ਨੇ ਮਨਾਈ ਵੀ ਲੈ ਵੀ ਬਾਪੂ ਜੀ ਹੁਣਾਂ ਨੇ ਨਾ ਹੁਣ 10ਵੀਂ ਵੀ ਕਰ ਲਈ, ਵੀ ਵੱਡੇ ਹੋ ਕੇ ਤਰੱਕੀ ਕਰਨਗੇ। ਹਾਂ, ਚਲੋ ਉਹ ਗੱਲ ਵੱਖਰੀ ਵੀ ਮੁੱਖ ਮੰਤਰੀ ਬਣਨਾ ਕਿਤੇ ਕਿੱਡੀ ਗੱਲ ਸੀ, ਵੀ 10ਵੀਂ ਕਰ ਲਈ ਜੀ। ਉਹ ਨਾ ਮਾੜੀ ਕਿਸਮ ਨੂੰ ਅੰਗਰੇਜ਼ੀ ਚੋਂ ਕੰਪਾਰਟਮੈਂਟ ਆ ਗਈ, ਕਿਤੇ ਹੁਣ ਦਿੱਤਾ ਪੇਪਰ ਉਹਨਾਂ ਨੇ, ਵਾਹ, ਕਹਿੰਦੇ ਹੁਣ ਦੇਖਿਓ ਵੀ ਮੈਂ ਵੱਟ ਕੱਢਦਾ, ਅੰਗਰੇਜ਼ੀ ਵੀ ਪਾਸ ਕਰ ਦੇਣੀ। ਟੈਂਸ ਸਿੱਖ ਲਏ ਹੋਣੇ ਆ। ਹਾਂ, ਪੂਰੇ ਟੈਂਸ, ਕਿਹੜਾ ਫਿਊਚਰ ਟੈਂਸ, ਪਾਸਟ ਟੈਂਸ, ਪ੍ਰੈਜ਼ੈਂਟ ਟੈਂਸ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਉੱਥੇ ਸੰਡੇ ਮੰਡੇ ਆਉਂਦੇ ਆ ਕਿ
ਜਨਵਰੀ ਫਰਵਰੀ ਆਉਂਦਾ ਲਿਖਣਾ ਜਾਣੀ, ਜਾਂ ਹੋ ਸਕਦਾ ਥਰਸਟੀ ਕਰੂ ਵਾਲਾ ਐਸੇ ਵੀ ਆਉਂਦਾ ਹੋਵੇ। ਪਰ ਚਲੋ ਮੈਂ ਕਹਿੰਦਾ ਕਿ ਠੀਕ ਹੈ ਜੋ ਵੀ ਹੈ। ਨਹੀਂ, ਪਰ ਸੋਚਣ ਵਾਲੀ ਗੱਲ ਹੈ। ਆਮ ਤੌਰ ਤੇ ਬੰਦਾ ਸੋਚਦਾ ਵੀ ਜੇ ਮੈਂ ਗਲਤ ਨਹੀਂ ਤੇ 15-16 ਸਾਲਾਂ ਦੀ ਉਮਰ ਦੇ ਵਿੱਚ ਜਵਾਕ 10ਵੀਂ ਕਰ ਲੈਂਦਾ ਨਾ, ਉਹ 86 ਸਾਲਾਂ ਦੀ ਉਮਰ 'ਚ ਕਰਨ ਡਿਆ 10ਵੀਂ। ਹੋ ਸਕਦਾ ਜਿੱਦਣ ਵੱਡੇ ਬਾਦਲ ਸਾਹਿਬ ਦੀ ਸਿਹਤਯਾਬੀ ਜਦ ਪਤਾ ਲੈਣ ਆਏ ਉਦੋਂ ਵੀ ਉਹ ਕਹਿੰਦੇ ਵੱਡੇ ਬਾਦਲ ਸਾਹਿਬ ਬਹਿ ਜਾਓ ਕੋਈ ਗੱਲ ਕਰਦੇ, ਨਹੀਂ ਮੇਰਾ ਪੇਪਰ ਹੈ ਮੈਂ ਪੜ੍ਹਨਾ ਹੀ ਮੈਂ ਪੜ੍ਹਨਾ ਹੀ। ਹਾਂ, ਗੈਡ ਲਿਆਂਦੀ ਨਵੀਂ। ਹਾਂ, ਗੈਡ ਲਿਆਂਦੀ ਹੈ ਨਵੀਂ। ਪਹਿਲਾਂ ਕਹਿੰਦੇ ਹੁਣ ਸੀਗਾ ਤੁਸੀਂ ਕੋਈ ਚੀਜ਼ ਨਹੀਂ ਆਉਂਦੀ ਹੁੰਦੀ ਦੁਸ਼ਯੰਤ ਤੋਂ ਪੁੱਛਣਾ, ਹੁਣ ਤਾਂ ਪਾਰਟੀ ਨਵੀਂ ਬਣਾ ਲਈ ਹੈ, ਮੁੱਖ ਮੰਤਰੀ ਬਣ ਗਿਆ, ਉਹਦੇ ਕੋਲ ਕਿੱਥੇ ਟਾਈਮ। ਉਹਨੇ ਫੋਨ ਵੀ ਨਹੀਂ ਕੀਤਾ ਮੈਨੂੰ ਵੀ ਤੁਸੀਂ ਬਾਪੂ ਹੁਣ ਦੇਣਾ ਪੇਪਰ, ਚਲੋ ਮੈਂ ਕੁਛ ਹੈਲਪ ਕਰਾਂ। ਪਰ ਚਲੋ ਜੋ ਵੀ ਹੈ, ਪਰ ਇੱਕ ਗੱਲ ਹੈਗੀ ਹੈ ਵੀ ਅੰਦਰ ਰਹਿ ਕੇ ਹੀ ਸਹੀ ਪਤਾ ਤੇ ਲੱਗਿਆ ਵੀ ਯਾਰ ਪੜ੍ਹਾਈ ਦਾ ਵੀ ਕੋਈ ਮੁੱਲ ਹੈਗਾ, ਨਹੀਂ ਤੇ ਉਦੋਂ ਪਹਿਲਾਂ ਦੀ ਜ਼ਿੰਦਗੀ ਸੈੱਟ ਸੀ। ਮੈਂ ਇਹ ਵੀ ਸੋਚਦਾ ਸੀ ਕਿ ਉਹਨਾਂ ਨੂੰ ਇਹ ਵੀ ਪਤਾ ਲੱਗਿਆ ਨਹੀਂ ਯਾਰ ਪੜ੍ਹਨਾ ਕਿਤੇ ਸੌਖਾ ਨਹੀਂ ਪਿਆ, ਅਧਿਆਪਕ ਇਮਾਨਦਾਰੀ ਨਾਲ ਨਿਯੁਕਤ ਕਰਨੇ ਚਾਹੀਦੇ, ਕਿਉਂਕਿ ਜੇਬੀਟੀ ਭਰਤੀ ਘੁਟਾਲਾ ਹੀ ਸੀਗਾ ਨਾ ਵੀ ਜੇ ਨਿਆਣਿਆਂ ਦਾ ਬੇਸ ਜੇਬੀਟੀ ਵਾਲਾ 5ਵੀਂ ਤੇ ਪੜਾਉਂਦਾ ਵੀ ਜੇ ਨਿਆਣਿਆਂ ਦਾ ਬੇਸ ਚੰਗਾ ਹੋਵੇ, ਪਹਿਲੀ ਤੋਂ 5ਵੀਂ ਤੱਕ ਚੰਗੀ ਇਮਾਨਦਾਰ ਅਧਿਆਪਕ ਨੇ ਸਿੱਖਿਆ ਦਿੱਤੀ ਹੋਵੇ, ਫਿਰ ਉੱਪਰਲੇ ਪਾਸੇ ਗੇਰ ਨਹੀਂ ਫਸਦਾ, ਫਿਰ ਕੰਪਾਰਟਮੈਂਟ ਨਹੀਂ ਆਉਂਦੀ। ਇਹ ਕਿੱਡੀ ਗੱਲ ਹੈ ਨਾ, ਮਤਲਬ ਜਿਹੜੇ ਕੇਸ 'ਚ ਬੰਦਾ ਅੰਦਰ ਰਹਿ ਆਇਆ ਅਖੀਰ ਮੁੜ ਕੇ ਉਹਨਾਂ ਦੇ ਕੋਲੋਂ ਕਿਹੜਾ ਛਡਾਉਣ ਲਿਆ ਵੀ ਯਾਰ ਮੇਰੀ 10ਵੀਂ ਕਰਾ ਦਿਓ, ਹੈ ਨਾ। ਯਾਰ ਆਓ ਨਾ ਆਪਾਂ ਕਰੀਏ ਸੁਮੇਧ ਸੈਣੀ ਸਾਹਿਬ ਵਾਲੀ ਗੱਲ, ਕਿਉਂਕਿ ਉਹ ਵੀ ਅਦਾਲਤ ਵਾਲੇ ਪਾਸੇ ਘੁੰਮਦੇ ਘੁਮਾਉਂਦੇ ਆਏ ਆ। ਹੁਣ ਤਾਂ ਕਹਿੰਦੇ ਮਤਲਬ ਉਹ ਜੋ ਦੱਸਣ ਵਾਲੇ ਦੱਸਦੇ ਉਹ ਤੇ ਇਹ ਕਹਿੰਦੇ ਵੀ ਮਤਲਬ ਰੋਕੇ ਬੰਡਲ ਵਾਹਵਾ ਸੀਗੇ, ਇੱਧਰੋਂ ਕੋਈ ਨਾ ਕੋਈ ਪੁਲਿਸ ਵਾਲੇ ਕਹਿੰਦੇ ਫਲਾਨਾ ਕੇਸ ਜੀ, ਨਾਲ ਹੀ ਵਕੀਲ ਸਾਹਿਬ ਜਾ ਕਹਿੰਦੇ ਜ਼ਮਾਨਤ ਜੀ, ਇੱਧਰੋਂ ਫਲਾਨਾ ਕੇਸ ਜੀ ਜ਼ਮਾਨਤ ਜੀ। ਹੁਣ ਸ਼ਾਇਦ ਜੱਜ ਸਾਹਿਬ ਵੀ ਗੁੱਸੇ ਹੋ ਗਏ। ਦੇਖੋ ਸੰਧਾਲੀਆ ਸਾਹਿਬ, ਮੈਨੂੰ ਇਹ ਤਾਂ ਨਹੀਂ ਪਤਾ ਗੁੱਸੇ ਕੌਣ ਹੋਇਆ, ਪਰ ਇੰਨਾ ਪਤਾ ਕਿ ਭਾਈ ਇਸ ਵੇਲੇ ਉਹਨਾਂ ਨੂੰ ਥੋੜ੍ਹੇ ਘੰਟੇ ਬਾਅਦ ਪੇਸ਼ ਕਰ ਦਿੱਤਾ ਜਾਊਗਾ ਅਦਾਲਤ ਦੇ ਵਿੱਚ। 3-4 ਸਾਲ ਹੋ ਗਏ ਆ ਇਹ ਸੁਣਦਿਆਂ ਨੂੰ ਕਿ ਕਿਸੇ ਵੀ ਵੇਲੇ ਸੁਮੇਧ ਸੈਣੀ ਹੋਰਾਂ ਦੀ ਹੋ ਸਕਦੀ ਹੈ ਗ੍ਰਿਫਤਾਰੀ, ਪਰਚਾ ਦਰਜ ਜਾਂ ਉਹਦੇ 'ਚ ਧਾਰਾ ਜੋੜੀਆਂ। 2 ਜਾਂ 3 ਦਿਨਾਂ ਦੇ ਬਾਅਦ ਖਬਰ ਆਉਂਦੀ ਹੁੰਦੀ ਆ ਕਿ ਉੱਪਰਲੀ ਅਦਾਲਤ ਨੇ ਜ਼ਮਾਨਤ ਦਿੱਤੀ, ਜ਼ਮਾਨਤ ਮਨਜ਼ੂਰ ਕੀਤੀ। ਉਹਦੇ ਤੋਂ ਬਾਅਦ ਫਿਰ ਖਬਰ ਆਉਂਦੀ ਹੁੰਦੀ ਆ ਪੁੱਛਗਿੱਛ ਦੇ ਵਿੱਚ ਸ਼ਾਮਿਲ ਹੋਏ, ਸਵਾਲਾਂ ਦੇ ਜਵਾਬ ਦਿੱਤੇ ਜਾਂ ਨਾ ਦਿੱਤੇ। ਬਹੁਤ ਚਰਚਾ, ਜਾਣੀ ਇੱਕ ਕੇਸ ਨਹੀਂ ਕਈ ਕੇਸਾਂ ਦੇ ਵਿੱਚ। ਦੇਖੋ ਗਲਤੀ ਕਿਹਨੇ ਕੀਤੀ ਹੈ ਕਿਹਨੇ ਨਹੀਂ ਕੀਤੀ ਅਦਾਲਤ ਨੇ ਦੇਖਣਾ, ਪਰ ਹੁਣ ਵੀ ਆ ਜਿਹੜਾ ਵਸੀਲਿਆਂ ਤੋਂ ਬਾਅਦ ਆਮਦਨ ਬਣਾਉਣ ਦਾ ਕੇਸ ਸੀ, ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਅਦਾਲਤ ਨੇ ਤਾਂ ਜ਼ਮਾਨਤ ਦੇ ਦਿੱਤੀ ਸੀ, ਉਹਨਾਂ ਨੇ ਫੇਰ ਅਰਜ਼ੀ ਦਿੱਤੀ ਜੀ ਇਹਨਾਂ ਨੇ ਧਾਰਾ ਜੋੜ ਕੇ ਮੈਨੂੰ ਫੇਰ ਫੜ ਲੈਣਾ। ਅਦਾਲਤ ਨੇ ਉਧਰਲੇ ਪਾਸਿਓਂ ਕੰਮ ਖਾਰਜ ਕਰ ਦਿੱਤਾ, ਜਾਂਚ ਦੇ ਵਿੱਚ ਪੇਸ਼ ਹੋਣ ਗਏ ਤੇ ਉਹਨਾਂ ਨੇ ਫਿਰ ਰੱਖ ਲਈ। ਉਹ ਕਹਿੰਦੇ ਕਿ ਕੋਈ ਗੱਲ ਨਹੀਂ ਵੀ ਧਾਰਾ ਕੁਛ ਹੋਰ ਜੁੜ ਗਈਆਂ, ਗ੍ਰਿਫਤਾਰੀ ਪਾ ਲਈ। ਪਰ ਸੰਧਾਲੀਆ ਸਾਹਿਬ ਸਵਾਲ ਹੁਣ ਇਹ ਪੈਦਾ ਹੁੰਦਾ ਕਿ ਮਸਲਾ ਵਸੀਲਿਆਂ ਤੋਂ ਵੱਧ ਇਕੱਲੀ ਆਮਦਨ ਦਾ ਨਹੀਂ। ਬੜੇ ਕੇਸ ਨੇ ਜਿਨ੍ਹਾਂ ਦੇ ਵਿੱਚ ਲੋਕ ਚਰਚਾ ਚੱਲਦੀ ਹੈ, ਲੀਡਰ ਦੋਸ਼ ਲਾਉਂਦੇ। ਕਿੰਨੇ ਲੀਡਰ ਨੇ ਲੋਕਾਂ ਦੇ ਚੁਣੇ ਨੁਮਾਇੰਦੇ ਜਿਹੜੇ ਨਾਂ ਲੈ ਲੈ ਕੇ ਕਹਿੰਦੇ ਹੁੰਦੇ ਇਹਨਾਂ ਕਰਾਇਆ ਜੀ, ਉਹਨੇ ਕਿਹਾ, ਇਹਨਾਂ ਕੀਤਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਗ੍ਰਿਫਤਾਰੀ ਤਾਂ ਹੋਊਗੀ, ਕਿਉਂਕਿ ਇਹ 4-5 ਹੀ ਮਸਲੇ ਆ ਪੰਜਾਬ ਦੇ ਵੱਡੇ, ਜਿਨ੍ਹਾਂ ਤੋਂ ਪੰਜਾਬ ਵਿਧਾਨ ਸਭਾ ਵਾਲੀਆਂ ਘੰਟੀਆਂ ਵੀ ਖੜਕਣੀਆਂ ਚੋਣਾਂ ਦੀਆਂ। ਇਹ ਮੁੱਖ ਮੁੱਦੇ ਬਣਨੇ ਆ। ਹੁਣ ਕੀ ਇਹ ਇੱਕੋ ਕੇਸ ਦੀ ਚਰਚਾ ਰਹੂਗੀ ਜਾਂ ਬਾਕੀ ਕੇਸਾਂ ਦਾ ਵੀ ਕੰਮ ਕਿਤੇ ਤਣ ਪੱਤਣ ਲੱਗੂਗਾ? ਇਹ ਸਵਾਲ ਅਜੇ ਖੜੇ ਦਾ ਖੜਾ ਹੈ। ਨਹੀਂ, ਸਵਾਲ ਵੀ ਖੜੇ ਦਾ ਖੜਾ। ਨਾਲੇ ਇੱਕ ਗੱਲ ਇਹ ਵੀ ਹੈ ਨਾ, ਹੁਣ ਜਦੋਂ ਜਿੱਦਾਂ ਉਹ ਆਪਾਂ ਜਲਸਿਆਂ ਦੀ ਗੱਲ ਕਰਦੇ ਹਾਂ, ਆਪਾਂ ਸਟਾਰਟਿੰਗ ਜਿੱਦਾਂ ਦੇ ਪਰਿਵਾਰ ਦਾਖਲ ਕਰਾਏ ਸੀ, ਇੱਧਰ ਸ਼ਾਮਲ ਉੱਧਰ ਸ਼ਾਮਲ, ਹੈ ਨਾ। ਹੁਣ ਜਦੋਂ ਉਹਨਾਂ ਵਿਚਾਰੇ ਆਮ ਸਾਦੇ ਸਧਾਰਨ ਪੰਜਾਬ ਵਾਲੇ ਲੋਕਾਂ ਦੇ ਕੋਲ ਜਾ ਕੇ ਲੀਡਰਾਂ ਨੇ ਬੋਲਣਾ, ਉਹਨਾਂ ਨੇ ਇਹ ਥੋੜ੍ਹਾ ਦੱਸਣਾ ਵੀ ਕਿਹਨੂੰ ਕਿਹੜੇ ਕੇਸ ਕਿੱਦਾਂ ਅੰਦਰ ਕੀਤਾ ਜੀ। ਉਹਨਾਂ ਦੇ ਸਿਰਫ ਇਹ ਕਹਿਣਾ ਜੀ ਫਲਾਨਾ ਬੰਦਾ ਆ ਚੱਕੋ ਜੀ, ਹੋ ਗਿਆ। ਉੱਥੇ ਕਿਨੇ ਦਰੀ ਵਾਲੇ ਨੇ ਥੋੜਾ ਪੁੱਛਣਾ ਪੁੱਛ ਕੇ ਵੀ ਮਹਾਰਾਜ ਉਹ ਤਾਂ ਫਲਾਨੇ ਕੇਸ 'ਚ ਅਸੀਂ ਫਲਾਨੇ ਕੇਸ ਦੀ ਗੱਲ ਕਰਦੇ। ਹੁਣ ਹੋ ਸਕਦਾ ਕਿ 18 ਨੁਕਤਿਆਂ ਦੇ ਵਿੱਚੋਂ ਇੱਕ ਅੱਧੇ ਨੁਕਤੇ ਦੇ ਵਿੱਚ ਪ੍ਰੋਗਰੈਸ ਰਿਪੋਰਟ ਦੇ ਵਿੱਚ ਵੀ ਕਹਿ ਦੇਣ ਭਾਵੇਂ ਕੇਸ ਕੋਈ ਵੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹਰੀ ਮੁੱਦਾ ਤਾਂ ਚੁੱਕਦੇ ਹੀ ਰਹੇ ਆ। ਹਾਂ, ਮੈਨੂੰ ਲੱਗਦਾ ਬਾਕੀ ਚਲੋ ਇਹ ਹੁਣ ਆਉਣ ਵਾਲੇ ਦਿਨਾਂ 'ਚ ਜਦੋਂ ਸਿਆਸਤਦਾਨ ਕਹਿਣਗੇ ਫਿਰ ਆਪਾਂ ਕਲੀਅਰ ਕਰ ਲਾਂਗੇ, ਪਰ ਫਿਰ ਅਸਾਰ ਜਾਪਦੇ ਅਸਾਰ ਹੁਣ ਆਪਣੇ ਜਾਣਦੇ ਵੀ ਜਾਪਦੇ ਨਹੀਂ ਜਾਣਦੇ। ਸਮਾਂ ਹੋ ਗਿਆ, ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਭਾਈ ਰਲ ਮਿਲ ਕੇ ਰਿਓ, ਭਾਈਚਾਰਕ ਤੌਰ ਤੇ ਰਿਓ, ਪਰ ਜਿੱਦਾਂ ਦਾ ਕੰਮ ਅੰਧ ਵਿਸ਼ਵਾਸ ਵਾਲਾ ਉਸ ਪਿੰਡ ਦੇ ਵਿੱਚ ਹੋਇਆ ਸੀ ਇਦਾਂ ਦਾ ਨਾ ਦੁਬਾਰਾ ਕਰਿਓ। ਹਾਂ ਨਹੀਂ ਬਿਲਕੁਲ ਜੀ। ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।